ਇਹ ਪੰਜਾਬ ਦੀ ਧੀ ਹੈ ਤੇ ਬੜੀ ਨਰਵਸ ਹੈ ਲੜਕੀ। ਨਰਵਸ ਹੋਣਾ ਸੁਭਾਵਕ ਹੈ। ਇਹਨੂੰ ਇਨਸਾਫ ਨਹੀਂ ਮਿਲਿਆ, ਇਹਨੂੰ ਦੁੱਖ ਮਿਲਿਆ। ਬੱਚੇ ਕੈਨੇਡਾ ਵਿੱਚ ਪੜ੍ਹਨ ਆਉਂਦੇ ਨੇ, ਵਰਕ ਪਰਮਿਟ ਤੇ ਆਉਂਦੇ ਨੇ, ਜਾਂ ਪੀਆਰ ਹੋ ਕੇ ਆਉਂਦੇ ਨੇ, ਜਾਂ ਹਸਬੈਂਡ ਵਾਈਫ ਦੇ ਜ਼ਰੀਏ ਆਉਂਦੇ ਨੇ, ਔਰ ਸਾਡੇ ਸਤਿਕਾਰਯੋਗ ਬੱਚੇ ਨੇ। ਅਗਰ ਜੇ ਸਾਡੀ ਕਮਿਊਨਿਟੀ ਦਾ ਕੋਈ ਧੱਕਾ ਕਰਦਾ, ਕੋਈ ਵੀ ਡਿਪਾਰਟਮੈਂਟ, ਤਾਂ ਸਾਡਾ ਫਰਜ਼ ਬਣਦਾ ਉਹਦੀ ਅਸੀਂ ਮਦਦ ਕਰੀਏ। ਔਰ ਇੱਕ ਐਸਾ ਮੁਲਕ ਹੈ ਜਿਸ ਮੁਲਕ ਦੇ ਵਿੱਚ ਸਭ ਦਾ ਸਤਿਕਾਰ ਹੈ, ਹਰ ਧਰਮ ਦਾ ਸਤਿਕਾਰ ਹੈ। ਜਿਸ ਤਰ੍ਹਾਂ ਸਾਡੇ ਹਿੰਦੁਸਤਾਨ ਵਿੱਚ ਸਾਰੇ ਧਰਮਾਂ ਵਿੱਚ, ਸਾਡੇ ਸਾਰੇ ਮੁਲਕਾਂ ਵਿੱਚ ਸਤਿਕਾਰ ਹੈ, ਪਰ ਕਈ ਵਾਰੀ ਅਸੀਂ ਸੋਚਦੇ ਕੁਝ ਹੋ ਰਹੇ ਹਾਂ, ਪਰ ਸੱਚ ਕੁਝ ਹੋਰ ਹੈ। ਜਿਸ ਲੜਕੀ ਨਾਲ ਮੈਂ ਗੱਲਬਾਤ ਕਰਨ ਜਾ ਰਿਹਾ, ਇਹਦਾ ਨਾਮ ਮੈਂ ਫੇਕ ਰੱਖਾਂਗਾ, ਇਹਦੀ ਤਸਵੀਰ ਵੀ ਟੈਲੀਕਾਸਟ ਨਹੀਂ ਕਰਾਂਗਾ, ਕਿਉਂਕਿ ਬੱਚੀ ਹੈ ਔਰ ਬੜੀ ਨਰਵਸ ਹੈ। ਔਰ ਮੈਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਬੱਚੀ ਨੂੰ ਹੱਗ ਕਰਕੇ ਪਿਆਰ ਦੇ ਨਾਲ ਮੈਂ ਇਹਦੇ ਨਾਲ ਗੱਲਬਾਤ ਕਰਾਂਗਾ, ਤਾਂ ਕਿ ਲੋਕਾਂ ਨੂੰ ਗੱਲਬਾਤ ਕਰਨ ਦਾ ਮਕਸਦ ਇੱਕ ਤਾਂ ਇਹਨੂੰ ਇਨਸਾਫ ਦਿਵਾਉਣਾ ਆਪਾਂ ਨੇ, ਤੇ ਦੂਜਾ ਇਸ ਲੜਕੀ ਨੇ ਅਵੇਅਰ ਕਰਨਾ ਕਿ ਭਾਈ ਬਚ ਕੇ ਰਹੋ, ਕਿ ਤੁਸੀਂ ਕਿਵੇਂ ਬਚ ਸਕਦੇ ਹੋ ਕੁਝ ਇਹੋ ਜਿਹੇ ਲੋਕਾਂ ਨੂੰ ਜੋ ਕਿ ਜਿਨ੍ਹਾਂ ਨੂੰ ਸਰੀਰਕ ਭੁੱਖ ਹੁੰਦੀ ਹੈ। ਬੱਚੀ ਛੋਟੀ ਉਮਰ ਦੀ ਹੈ ਔਰ ਵੈਸੇ ਇਹ ਬੱਚੀ 21 ਸਾਲ ਤੋਂ ਉੱਪਰ ਹੈ। ਇਸ ਬੱਚੀ ਦਾ ਨਾਮ ਮੈਂ ਫੇਕ ਰੱਖਿਆ, ਲੈਟ ਮੀ ਸੀ, I don't know, I have picked 3-4 names. मैं सोनिया, स्वीटी, पिंकी, anyway ते नाम ने। अच्छा कॉलर वेलकम, थोड़ा ना सोनिया, स्वीटी या पिंकी। मैं स्वीटी पैक किया, ठीक है? हाँ जी। ओके स्वीटी, वेलकम टू शो। सत श्री अकाल जी। सत श्री अकाल बेटा। और तुसी कदों पंजाब तो कैनेडा च आए? मैं अंकल 2019 ਦੇ ਵਿੱਚ ਆਈ ਹਾਂ ਕੈਨੇਡਾ ਚ। 2019 ਚ ਆਏ ਹੋ ਔਰ 2 ਸਾਲ ਹੋਏ ਹਾਲੇ ਆਏ ਤੁਹਾਨੂੰ, ਹੈ ਨਾ? ਲੈਸ ਦੈਨ 2 ਇਅਰਸ। ਹਾਂਜੀ ਆਈ ਸੀ। ਤੁਸੀਂ ਪੜ੍ਹਨ ਆਏ ਹੋ ਬੇਟਾ? ਨਹੀਂ, ਮੈਂ ਇੱਥੇ ਵਰਕ ਪਰਮਿਟ ਤੇ ਆਈ ਸੀ। ਮੈਂ ਇੰਡੀਆ ਤੋਂ ਵਰਕ ਪਰਮਿਟ ਲੈ ਕੇ ਆਈ ਸੀ। ਮੇਰਾ ਬਾਉਂਡਡ ਵਰਕ ਪਰਮਿਟ ਸੀ ਇੱਥੇ। ਸ਼ਾਦੀशुदा ਬੇਟਾ ਤੁਸੀਂ? ਨਹੀਂ, ਮੈਂ ਅਨਮੈਰਿਡ ਹਾਂ। ਏਜ ਕਿੰਨੀ ਆ? ਮੇਰੀ 24 ਅੰਕਲ। 24 ਦੇ ਹੋ। ਸਵੀਟੀ, ਯੂ ਟੈਲ ਮੀ ਵਨ ਥਿੰਗ, ਤੁਸੀਂ ਕਿਹੜੇ ਮਹੀਨੇ ਚ ਆਏ ਕੈਨੇਡਾ ਚ? ਮੈਂ ਮਈ ਚ ਆਈ ਸੀ 2019 ਚ। ਓਕੇ 2 ਸਾਲ ਹੋਣੇ ਮਈ ਮਹੀਨੇ ਨੂੰ, 2 ਸਾਲ ਹੋਣ ਵਾਲੇ ਆ। ਤੁਹਾਡੇ ਨਾਲ ਬਹੁਤ ਵੱਡਾ ਜਾਣੀ ਕਿ ਹਾਦਸਾ ਵਾਪਰਿਆ, ਹਾਦਸਾ ਕਹੀਏ ਜੋ ਵੀ ਘਟਨਾ ਵਾਪਰੀ ਆ। ਤੁਸੀਂ 24 ਸਾਲ ਦੇ ਹੋ, ਅਨਮੈਰਿਡ ਹੋ। ਸੋ ਕਿਹੜੇ 에ਅਰਪੋਰਟ ਤੇ ਤੁਸੀਂ ਜਹਾਜ਼ ਤੁਹਾਡਾ ਲੱਗਾ? ਕਿਹੜੇ 에ਅਰਪੋਰਟ ਤੇ ਹਵਾਈ ਜਹਾਜ਼ ਰਾਹੀਂ ਆਣ ਕੇ ਪਹਿਲਾ ਸਵਾਸ ਲੈ ਕੈਨੇਡਾ ਧਰਤੀ ਤੇ? ਕਿਹੜਾ 에ਅਰਪੋਰਟ ਸੀ? ਆਮ ਆਸਕਿੰਗ। 에ਅਰਪੋਰਟ ਵੈਨਕੂਵਰ ਸੀ। ਬ੍ਰਿਟਿਸ਼ ਕੋਲੰਬੀਆ ਸੀ। ਹਾਂਜੀ। ਓਕੇ ਫਾਈਨ। ਹੁਣ ਤੁਸੀਂ ਜਿੱਥੇ ਰਹਿੰਦੇ ਹੋ ਮੈਂ ਪੁੱਛਣਾ ਚਾਹਾਂਗੇ, ਤੁਸੀਂ ਹੁਣ ਵੈਨਕੂਵਰ ਨਹੀਂ, ਤੁਸੀਂ ਹੋਰ ਕਿਸੇ ਸਿਟੀ ਚ ਹੋ ਨਾ? ਆਮ ਰਾਈਟ? ਹਾਂਜੀ। ਓਕੇ ਇਹਨੂੰ ਮੈਂ ਪੁੱਛਾਂਗਾ। ਓਕੇ ਤੁਸੀਂ ਇੱਥੇ ਆਣ ਕੇ ਕੰਮ ਜਿਹੜਾ ਕਿੱਥੇ ਕੀਤਾ? ਮੈਂ ਪਹਿਲਾਂ ਇੱਥੇ I'm taking tea by the way, ਚਾਹ ਲੈ ਰਹੇ ਨਾਲ ਦੇ ਨਾਲ, ਕਿਉਂਕਿ ਮੈਂ ਟੀ ਬ੍ਰੇਕ ਨਹੀਂ ਲਈ। ਅੱਛਾ ਕੈਰੀ ਔਨ ਪਲੀਜ਼ ਸਵੀਟੀ, ਕਮ ਔਨ। ਯਾ ਹਾਂਜੀ ਅੰਕਲ, ਮੈਂ ਇੱਥੇ ਬਾਉਂਡਡ ਵਰਕ ਪਰਮਿਟ ਤੇ ਆਈ ਸੀ। ਮੈਨੂੰ LMIA ਜਿਨ੍ਹਾਂ ਨੇ ਦਿੱਤੀ ਸੀਗੀ, ਉਹ ਇੱਥੇ ਦੇ ਕੈਨੇਡਾ ਦੇ ਸੀ। ਹੋਲਡ ਅ ਸੈਕੰਡ, ਕੁਝ ਸਾਨੂੰ ਲੀਗਲ ਸੋ ਗੋਦਾ ਪੰਜਾਬ ਵਿੱਚ ਮੈਂ ਗੱਲਬਾਤ ਕਰਾਂ ਤੁਹਾਡੇ ਨਾਲ। ਤੁਹਾਡੇ ਤੋਂ ਮੈਂ ਪਰਮਿਸ਼ਨ ਲੈਣੀ ਚਾਹਾਂਗਾ ਟੈਲੀਕਾਸਟ ਤੇ ਬ੍ਰਾਡਕਾਸਟ ਕਰਨ ਦੀ, ਹਰ ਟੈਕਨੋਲੋਜੀ ਤੇ ਪਾਉਣ ਦੀ। ਤੁਸੀਂ ਮੈਨੂੰ ਪਰਮਿਸ਼ਨ ਦਿਓਗੇ, ਇਜਾਜ਼ਤ ਦਿਓਗੇ? ਤੁਸੀਂ ਯੈਸ ਔਰ ਨੋ ਕਹੋਗੇ। ਸੋ ਸਵੀਟੀ, ਕੈਨ ਯੂ ਸੇ ਯੈਸ ਔਰ ਨੋ ਪਲੀਜ਼ ਟੂ ਪ੍ਰੋਸੀਡ ਦੈਟ? ਹਾਂਜੀ ਆਪਣੀ ਸਵੀਟੀ ਜੀ, ਤੁਸੀਂ ਯੈਸ ਔਰ ਨੋ ਕਹੋਗੇ? ਨੋ ਨੋ, ਯੂ ਹੈਵ ਟੂ ਸੇ ਯੈਸ ਔਰ ਨੋ। ਯੈਸ। ਓਕੇ ਉੱਚੀ ਬੋਲੋ ਕਿਉਂਕਿ ਰਿਕਾਰਡਿੰਗ ਹੋਣੀ ਬਹੁਤ ਜ਼ਰੂਰੀ ਹੈ। ਯੈਸ। Okay, please proceed. ਸਵੀਟੀ ਸਾਡੀ ਲਾਈਨ 'ਚ ਇਹ ਸਾਡਾ ਫੇਕ ਨੇਮ ਹੈ ਔਰ ਤੁਸੀਂ ਟੈਲੀਵਿਜ਼ਨ ਤੇ ਵੇਖ ਰਹੇ ਹੋ ਔਰ ਇਹ ਵੀ ਸਾਡਾ ਫੇਕ ਹੈ, ਬਟ ਸਟੋਰੀ ਇਹ ਫੇਕ ਨਹੀਂ ਹੈ, ਸਟੋਰੀ ਇਹ ਟਰੂ ਹੈ। 24 ਸਾਲ ਦੀ ਸਵੀਟੀ ਨਾਲ ਕੀ ਕੁਝ ਵਾਪਰਿਆ ਦੱਸਿਆ। ਤੁਸੀਂ ਵਰਕ ਪਰਮਿਟ ਤੇ ਆਏ ਸੀ, ਜਿਸ ਨੇ ਵਰਕ ਪਰਮਿਟ ਸੱਦਿਆ ਤੁਹਾਨੂੰ, ਤੁਸੀਂ ਉਹਨਾਂ ਨਾਲ ਹੀ ਕੰਮ ਕਰਦੇ ਰਹੇ? ਹਾਂਜੀ, ਮੈਂ ਜਦੋਂ ਇੱਥੇ ਆਈ ਸੀ ਵਰਕ ਪਰਮਿਟ ਤੇ, ਉਹ ਮੈਨੂੰ ਲੈ ਕੇ ਗਏ ਸੀ 에ਅਰਪੋਰਟ ਤੋਂ। ਮੈਂ ਉਹਨਾਂ ਦੇ ਘਰੇ ਰਹੀ। ਉਹਨਾਂ ਨੇ ਜਿੱਦਾਂ ਮੈਂ ਅੱਜ ਆਈ ਹਾਂ ਤੇ ਅਗਲੇ ਦਿਨ ਹੀ ਮੈਨੂੰ ਉਹਨਾਂ ਨੇ ਕੰਮ ਤੇ ਲਾ ਲਿਆ ਸੀ।
ਤੇ ਉਹਨਾਂ ਨੇ ਮੈਥੋਂ ਲਾਈਕ ਲਗਾਤਾਰ ਕੰਮ ਕਰਾਏ ਸੀ। ਮੈਨੂੰ ਉਹਨਾਂ ਨੇ ਕੋਈ ਬੈਂਕ ਅਕਾਊਂਟ ਨਹੀਂ ਖੁਲਵਾ ਕੇ ਦਿੱਤਾ ਸੀ, ਕੋਈ ਮੈਨੂੰ ਸਿਮ ਨੰਬਰ ਜਾਂ ਫਿਰ ਹੈਲਥ ਕਾਰਡ ਕੁਝ ਨਹੀਂ ਬਣਵਾਇਆ ਸੀ। ਉਹ ਮੈਨੂੰ ਸਵੇਰ 7 ਵਜੇ ਕੰਮ ਤੇ ਬੁਲਾ ਲੈਂਦੇ ਸੀ ਤੇ ਰਾਤ ਦੇ 11 ਵਜੇ ਤੱਕ ਉਹ ਮੈਥੋਂ ਕੰਮ ਕਰਾਉਂਦੇ ਸੀ। ਓ ਮਾਈ ਗॉड, ਇੱਕ ਹੋਰ ਇਹ ਕਪੜਾ ਆਇਆ ਜਿਹੜਾ ਕਿ ਕਾਨੂੰਨ ਆਗੇ ਨਹੀਂ ਦਿੰਦਾ ਇੰਨੇ ਘੰਟੇ ਕੰਮ ਕਰਨ ਨੂੰ। ਦੇ ਕੈਨ ਬੀ ਚਾਰਜ। ਓਕੇ, 7 ਵਜੇ ਤੋਂ ਲੈ ਕੇ 11 ਵਜੇ ਤੱਕ ਉਹ ਮੈਥੋਂ ਕੰਮ ਕਰਾਉਂਦੇ ਸੀ। ਉਹਨਾਂ ਦੇ ਘਰ 'ਚ ਕਈ ਕੰਮ ਹੁੰਦੇ ਸੀ, ਕੁਕਿੰਗ ਤੋਂ ਲੈ ਕੇ ਉਹਨਾਂ ਦੇ ਘਰ ਦੀ ਸਫਾਈ। ਉਹਨਾਂ ਦਾ ਬਹੁਤ ਵੱਡਾ ਘਰ ਸੀ। ਉਹਨਾਂ ਦਾ ਇੱਕ ਛੋਟਾ ਜਿਹਾ ਕੁੱਤਾ ਵੀ ਸੀ, ਉਹਨੂੰ ਵੀ 5-6 ਵਾਰ ਘਰ ਤੋਂ ਬਾਹਰ ਲੈ ਕੇ ਜਾਣਾ ਪੈਂਦਾ ਸੀ। ਦਿਹਾੜੀ ਵਿੱਚ ਕੁੱਤਾ ਤੁਸੀਂ ਕੁੱਤੇ ਲਈ ਸੱਦਿਆ ਸੀਗਾ ਜਾਂ ਆਪਣੇ ਲਈ ਸੱਦਿਆ ਉਹਨਾਂ ਨੇ? ਮੈਂ ਹੈਰਾਨ ਹਾਂ ਲੋਕਾਂ ਤੋਂ। ਹਾਂਜੀ, ਉਹਨਾਂ ਨੇ ਮੈਨੂੰ ਆਪਣੀ ਬੀਜੀ ਲਈ ਸੱਦਿਆ ਸੀ, ਬਟ ਉਹ ਮੈਥੋਂ ਸਾਰੇ ਕੰਮ ਕਰਾ ਰਹੀ ਸੀ ਜਿੱਦਾਂ ਮੈਨੂੰ ਮਹਿਸੂਸ ਕਰ ਰਹੇ ਸੀ ਤੁਹਾਨੂੰ। ਹਾਂਜੀ ਹਾਂਜੀ ਬਿਲਕੁਲ। ਤੁਹਾਡੇ ਤੋਂ ਪੈਸੇ ਲਏ ਉਹਨਾਂ ਨੇ ਇਹ ਸੱਦਣ ਦੇ ਵਿੱਚ? ਨਹੀਂ, ਏਦਾਂ ਦੀ ਮੈਂ ਕੋਈ ਗੱਲ ਨਹੀਂ ਕਰ ਸਕਦੀ ਇੱਥੇ। ਓਕੇ ਫਾਈਨ, ਮੈਂ ਸਮਝ ਗਿਆ ਕਿ ਲਏ ਆ, ਤੁਸੀਂ ਦੱਸਣਾ ਚਾਹੁੰਦੇ। ਫਾਈਨ। ਅੱਛਾ ਸਵੀਟੀ, ਤੁਸੀਂ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਸੀਗੇ? ਹਾਂਜੀ, ਮੈਂ ਉਹਨਾਂ ਦੇ ਘਰ 'ਚ ਰਹਿੰਦੀ ਸੀ। 7 ਵਜੇ ਤੁਸੀਂ ਕਿੰਨੇ ਵਜੇ ਉੱਠਦੇ ਸੀ ਬੈੱਡ ਤੋਂ? ਮੈਂ ਸਵੇਰ 6 ਵਜੇ ਉੱਠ ਜਾਂਦੀ ਸੀ, ਬਟ 7 ਵਜੇ ਮੈਂ ਉਹਨਾਂ ਦੇ ਕੰਮ ਤੇ ਮਤਲਬ ਨੀਚੇ ਜਿੱਥੇ ਉਹ ਹੁੰਦੇ ਸੀ ਉਹਨਾਂ ਦਾ ਬ੍ਰੇਕਫਾਸਟ ਵਗੈਰਾ ਰੈਡੀ ਕਰਨਾ ਹੁੰਦਾ ਸੀ ਤੇ ਮੈਨੂੰ ਉੱਥੇ ਹੋਣਾ ਪੈਂਦਾ ਸੀ 7 ਵਜੇ। ਮੈਂ 7 ਵਜੇ ਲੈ ਕੇ ਰਾਤ ਦੇ 11 ਵਜੇ ਤੱਕ। ਹਾਂਜੀ। ਇਹ ਕਿੰਨੇ ਘੰਟੇ ਹੋ ਗਏ? ਓ ਮਾਈ ਗॉड, 16 ਘੰਟੇ। ਹਾਂਜੀ। ਕਿੰਨੇ? 16 15 ਹੋਏ ਨਾ ਗੁਰਸ਼ਨ? ਕਿੰਨੇ ਘੰਟੇ ਹੋ ਗਏ? 7 ਤੋਂ 7 12 ਤੇ ਗਾ 4 15 ਘੰਟੇ। ਓ ਮਾਈ ਗॉड, 15 ਘੰਟੇ। ਕਿੰਨੇ ਸਾਲ ਕੰਮ ਕੀਤਾ? 1 ਸਾਲ? ਮੈਂ 1 ਸਾਲ ਨਹੀਂ ਕੰਮ ਕੀਤਾ। ਇਹ ਜਦੋਂ ਮੈਂ ਕੰਮ ਕਰਦੀ ਸੀ ਉਹਨਾਂ ਦੇ ਘਰੇ ਤੇ ਉਹਨਾਂ ਨੇ ਮੈਨੂੰ ਕੋਈ ਬ੍ਰੇਕ ਵਗੈਰਾ ਨਹੀਂ ਦਿੱਤੀ ਸੀ ਵਿੱਚ। ਲਾਈਕ ਮੈਨੂੰ ਪੇਨ ਹੁੰਦੀ ਸੀ, ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਡਾਕਟਰ ਕੋਲ ਲੈ ਕੇ ਜਾਓ ਜਾਂ ਏਦਾਂ, ਉਹਨਾਂ ਨੇ ਮੈਨੂੰ ਲਾਈਕ ਜਵਾਬ ਹੀ ਨਹੀਂ ਦਿੰਦੇ ਸੀ ਕੋਈ, ਹਨਾ। ਤੇ 15 ਦਿਨ ਬਾਅਦ ਜਦੋਂ ਮੈਂ ਸੰਡੇ ਨੂੰ ਕਿਹਾ ਕਿ ਅੱਜ ਮੈਨੂੰ ਆਫ ਚਾਹੀਦਾ ਕਿਉਂਕਿ ਮੇਰੇ ਪੇਨ ਹੁੰਦੀ ਆ ਕਿ ਮੈਂ ਡਾਕਟਰ ਕੋਲ ਜਾਣਾ, ਇਸ ਲਈ ਮੈਂ ਵੀ ਮੇਰੀ ਇੱਥੇ ਆਇਡੈਂਟੀਟੀ ਨਹੀਂ ਹੈਗੀ ਕੋਈ। ਕਿਸੇ ਵੀ ਕੰਟਰੀ 'ਚ ਤੁਸੀਂ ਬਿਨਾਂ ਆਇਡੈਂਟੀਟੀ ਤੋਂ ਕਿਵੇਂ ਰਹਿ ਸਕਦੇ ਆ, ਹਨਾ। ਤੇ ਉਹਨਾਂ ਨੇ ਚਲਾਉਣਾ ਸ਼ੁਰੂ ਕਰਤਾ ਤੇ ਨਾਲ ਹੀ ਕਿਸੇ ਚੀਨੇ ਦਾ ਘਰ ਸੀ, ਉਹਨਾਂ ਨੇ ਪੁਲਿਸ ਕਾਲ ਕਰਤੀ ਕਿ ਇਹਨਾਂ ਦੇ ਘਰੇ ਕੁਛ ਹੋ ਰਿਹਾ, ਹਨਾ। ਓ ਮਾਈ ਗॉड, ਕਮ ਔਨ ਬੇਬੀ, ਯੂ ਟੈਲ ਮੀ ਵਨ ਥਿੰਗ ਕਿ ਤੁਹਾਡੇ 15 ਘੰਟੇ ਕੰਮ ਕਰਾਉਂਦੇ ਰਹੇ ਔਰ ਤੁਹਾਨੂੰ ਤੁਹਾਡੀ ਬਾਡੀ 'ਚ ਪੇਨ ਹੋਈ। ਪੇਨ ਤੁਹਾਡੀ ਕਿੱਥੇ ਹੋਈ? ਸਿਰ ਵਿੱਚ ਹੋਈ ਜਾਂ ਫਿਰ ਦੰਦਾਂ 'ਚ ਹੋਈ? ਕਈ ਵਾਰੀ ਜਿਹੜੀ ਆ ਉਹ ਦਾੜ ਦੁਖਦੀ ਆ ਜਾਂ ਫਿਰ ਤੁਹਾਡੇ ਕਿਸੇ ਸਰੀਰ ਦੇ ਹਿੱਸੇ ਵਿੱਚ, ਬੱਖੀ ਵਿੱਚ ਹੋਈ ਜਾਂ ਟੂਈ ਵਿੱਚ ਹੋਈ? ਕੰਮ ਕਰਦੇ ਟਾਇਰਡਨੈਸ ਹੋ ਕੇ ਬੈਕ ਦੁਖਣ ਲੱਗ ਪੈਂਦੀ ਹੈ? ਸਰੀਰ ਦੇ ਕਿਹੜੇ ਹਿੱਸੇ ਵਿੱਚ ਪੇਨ ਤੁਸੀਂ ਮਹਿਸੂਸ ਕੀਤੀ? ਹਾਂਜੀ, ਮੈਨੂੰ ਟਾਇਰਡਨੈਸ ਫੀਲ ਹੁੰਦੀ ਸੀ। ਔਰ ਯੂ ਓਵਰ ਟਾਇਰਡ ਹੋ ਗਏ? ਜੀ, ਆਈ ਗॉट ਯੂਰ ਪੁਆਇੰਟ। ਸੋ ਉਸ ਤੋਂ ਬਾਅਦ ਤੁਹਾਨੂੰ ਕੋਈ ਟੈਬਲੇਟਸ ਵਗੈਰਾ ਦਿੱਤੀ ਉਹਨਾਂ ਨੇ? ਹਾਂਜੀ, ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਕਿ ਤੁਸੀਂ ਐਡਵਿਲ ਲਾ ਲਓ ਤੇ ਇਹਦੇ ਨਾਲ ਠੀਕ ਹੋ ਜਾਊਗਾ। ਹਾਂਜੀ। ਤਾਂ ਤੁਹਾਨੂੰ ਡਾਕਟਰ ਦੇ ਲੈ ਗਏ? ਨਹੀਂ, ਮੈਨੂੰ ਡਾਕਟਰ ਦੇ ਨਹੀਂ ਲੈ ਕੇ ਗਏ। ਡਾਕਟਰ ਦੇ ਜਾਣਾ ਉਹਨਾਂ ਦਾ ਫਰਜ਼ ਬਣਦਾ। ਉਹ ਆਪਣੇ ਆਪ, ਤੁਸੀਂ ਆਪਣੇ ਆਪ ਡਾਕਟਰੀ ਨਹੀਂ ਡਾਕਟਰ ਬਣ ਸਕਦੇ। ਹਾਂਜੀ ਬਿਲਕੁਲ ਜੀ। ਤੋ ਮੈਂ ਹੈਰਾਨ ਹਾਂ ਇਹਨਾਂ ਲੋਕਾਂ ਤੋਂ ਕਿ ਤੁਹਾਨੂੰ ਇੱਕ ਉਹਨਾਂ ਨੇ ਘਰ ਵਿੱਚ ਕੁੱਤਾ ਰੱਖਿਆ ਤੇ ਇੱਕ ਤੁਹਾਨੂੰ ਉਹ ਜਾਨਵਰ ਵਾਂਗੂ ਟ੍ਰੀਟ ਕਰ ਰਹੇ ਸੀਗੇ, ਨਾ ਕਿ ਹਿਊਮਨ ਬੀਇੰਗ ਤੌਰ ਤੇ। ਇਹ ਕਹਿਣ ਨੂੰ ਤਿਆਰ ਹੋ? ਹਾਂਜੀ। ਤੁਹਾਨੂੰ ਪਤਾ ਕਿ ਉਹਨਾਂ ਤੇ ਐਕਸ਼ਨ ਲਿਆ ਜਾ ਸਕਦਾ। ਸੋ ਉਸ ਤੋਂ ਬਾਅਦ ਜਦੋਂ ਪੁਲਿਸ ਜਿਹੜੀ ਤੁਹਾਡਾ ਨੈਕਸਟ ਨੇਬਰ ਸੀਗਾ ਉਹ ਕਮਿਊਨਿਟੀ ਜਿਹੜੀ ਚਾਈਨੀਜ਼ ਸੀਗੇ, ਹਾਂਜੀ ਹਾਂਜੀ, ਉਹਨਾਂ ਨੇ ਸੁਣ ਲਿਆ ਤੁਹਾਡੀ ਚੀਕਾਂ ਸੁਣ ਲਈਆਂ, ਤੁਹਾਨੂੰ ਕੁੱਟਦੇ ਸੀਗੇ? ਹਾਂਜੀ, ਉਹ ਬਹੁਤ ਉੱਚੀ ਚਲਾ ਰਹੀ ਸੀ ਲੇਡੀ ਮੇਰੇ ਤੇ, ਜਿੱਦਾਂ ਮੈਨੂੰ ਕਹਿ ਰਹੀ ਸੀ ਕਿ ਮੈਨੂੰ ਆਪਣਾ ਵਰਕ ਪਰਮਿਟ ਤੇ ਪਾਸਪੋਰਟ ਦੇ। ਮੈਂ ਉਹ ਰੂਮ ਦੇ ਵਿੱਚੋਂ ਬਾਹਰ ਚਲੀ ਗਈ ਹੈ ਨਾ, ਤੇ ਉੱਥੇ ਫਿਰ ਉਹਨੇ ਇਦਾਂ ਉੱਚੀ ਉੱਚੀ ਚਲਾਉਣਾ ਸ਼ੁਰੂ ਕਰਤਾ। ਉਹਨਾਂ ਦੇ ਵਿੰਡੋਜ਼ ਬਹੁਤ ਵੱਡੀਆਂ ਸੀਗੀਆਂ, ਲਾਈਕ ਸ਼ੀਸ਼ੇ ਵੀ ਕਾਫੀ ਵੱਡੇ ਸੀ। ਉਹ ਜਿਹੜਾ ਚੀਨਾ ਸੀਗਾ ਉਹ ਵਾਕ ਕਰ ਰਿਹਾ ਸੀ ਬਾਹਰ, ਜਾਂ ਆਈ ਡੋਨਟ ਨੋ ਕੁਛ ਕਰ ਰਿਹਾ ਸੀ, ਹਨਾ। ਤੇ ਉਹਨੇ ਦੇਖਿਆ ਕਿ ਕੁਛ ਕਰ ਰਹੇ ਆ ਲਾਈਕ ਕੁੜੀ ਨਾਲ। ਤੇ ਉਹਨਾਂ ਚੀਨਾ ਨੂੰ ਪਤਾ ਸੀਗਾ ਇਹਨਾਂ ਦੇ ਘਰ ਦੇ ਵਿੱਚ ਨੈਣੀ ਰਹਿੰਦੀ ਆ? ਮੈਨੂੰ ਨਹੀਂ ਪਤਾ, ਉਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ। ਹੋ ਸਕਦਾ ਉਹਨਾਂ ਨੇ, ਉਹ ਨੇਬਰ ਸੀ, ਇੱਕ ਦੂਜੇ ਦੇ ਘਰੇ ਆਉਂਦੇ ਜਾਂਦੇ ਸੀ, ਹੋ ਸਕਦਾ ਉਹਨਾਂ ਨੇ ਗੱਲ ਕੀਤੀ ਹੋਵੇ। ਆਈ ਸੀ। ਸੋ ਉਹਨਾਂ ਨੇ ਫਿਰ ਫੋਨ ਕਰਤਾ ਪੁਲਿਸ ਨੂੰ ਕਿ ਜਦੋਂ ਚੀਕ ਚਹਾੜਾ ਸੁਣਿਆ ਤੇ ਤੁਸੀਂ ਫਿਰ ਰੋ ਰਹੇ ਸੀ ਉੱਚੀ ਉੱਚੀ? ਹਾਂਜੀ, ਉਹ ਲੇਡੀ ਮੈਨੂੰ ਲਾਈਕ ਉਹਨੇ ਮੈਨੂੰ ਪੁਸ਼ ਕੀਤਾ। ਪਹਿਲਾਂ ਮੈਨੂੰ ਉਹਨੇ ਬੈੱਡ ਤੇ ਸੱਟਤਾ, ਫਿਰ ਉਹਨੇ ਮੈਨੂੰ ਕੰਧ ਦੇ ਵਿੱਚ ਬਹੁਤ ਜ਼ੋਰ ਨਾਲ ਧੱਕਾ ਮਾਰਿਆ। ਓ ਮਾਈ ਗॉड, ਕਮ ਔਨ ਬੇਬੀ। ਸੋ ਤੈਨੂੰ ਪਹਿਲਾਂ ਬੈੱਡ ਤੇ ਸਿੱਟਿਆ ਚੁੱਕ ਕੇ, ਫਿਰ ਉਹਨੇ ਧੱਕਾ ਮਾਰਿਆ, ਕੰਧ ਦੇ ਵਿੱਚ ਮਾਰਿਆ, ਤੈਨੂੰ ਸਿਰ ਲੱਗਾ ਹੋਣਾ, ਕੰਧ ਵਿੱਚ ਸੱਟ ਲੱਗੀ ਹੋਣੀ ਆ? ਹਾਂਜੀ, ਮੇਰਾ ਸਿਰ ਵੱਜਿਆ ਸੀ ਬਹੁਤ ਜ਼ੋਰ ਨਾਲ ਕੰਧ 'ਚ। ਓਹੋ ਗॉड। ਓਕੇ, ਫਿਰ ਕੀ ਹੋਇਆ ਸਵੀਟੀ?
ਹਾਂਜੀ, ਫਿਰ ਪੁਲਿਸ ਆਈ ਤੇ ਪੁਲਿਸ ਮੈਨੂੰ ਲੈ ਗਈ ਸੀ ਉੱਥੋਂ। ਤੇ ਫਿਰ ਇੱਥੇ ਮੇਰੀ ਫੈਮਿਲੀ ਦੇ ਵਿੱਚ ਕੋਈ ਨੋਨ ਸੀਗੇ ਤੇ ਮੈਨੂੰ ਉਹਨਾਂ ਦੇ ਕੋਲ ਛੱਡਤਾ ਸੀਗਾ। ਇਹ ਪੁਲਿਸ ਵਾਲੇ ਨੇ? ਹਾਂਜੀ, ਪੁਲਿਸ ਵਾਲਿਆਂ ਨੇ। ਪੁਲਿਸ ਜਦੋਂ ਆਈ ਹੈ ਤਾਂ ਤੁਸੀਂ ਉਸ ਵੇਲੇ ਕਿਹੜੀ ਪੋਜੀਸ਼ਨ ਵਿੱਚ ਸੀਗੇ? ਉਸ ਟਾਈਮ ਮੈਂ ਬਸ ਉਹ ਮੇਰੇ ਸਾਰੇ ਜਣੇ ਮੇਰੇ ਤੇ ਸ਼ਾਊਟ ਕਰ ਰਹੀ ਸੀ, ਸਾਰੀ ਫੈਮਿਲੀ ਉਸ ਟਾਈਮ। ਤੇ ਪੁਲਿਸ ਨੇ ਦੇਖਿਆ ਸ਼ਾਊਟ ਕਰਦੇ ਨੂੰ? ਹਾਂਜੀ, ਪੁਲਿਸ ਨੇ ਦੇਖਿਆ ਕਿਉਂਕਿ ਉਹ ਉਹਨਾਂ ਦੇ ਸਾਰੇ ਜਣੇ ਉੱਪਰ ਸੀਗੇ। ਉਹਨਾਂ ਦਾ ਸਿਰਫ ਲਾਈਕ ਜਿਹੜੇ ਹਸਬੈਂਡ ਸੀ ਉਹ ਲੇਡੀ ਦੇ ਉਹ ਨੀਚੇ ਸੀ। ਉਹਨਾਂ ਨੇ ਵੈਸੇ ਇੱਕ ਵਾਰੀ ਕਹਿਤਾ ਸੀਗਾ ਕਿ ਪੁਲਿਸ ਆ ਰਹੀ ਹੈ, ਉਹਨੇ ਬਾਹਰੋਂ ਦੇਖ ਲਿਆ ਸੀ। ਬਟ ਸਾਰੀ ਫੈਮਿਲੀ ਉਦਾਂ ਹੀ ਉੱਥੇ ਖੜੀ ਸੀ। ਜਿੱਦਾਂ ਉਹਨੇ ਲਾਈਕ ਲੇਡੀ ਨੇ ਮੇਰੇ ਬੈਗ ਦੇ ਵਿੱਚੋਂ ਸਾਰਾ ਕੁਝ ਖਿਲਾਰ ਕੇ ਬਾਹਰ ਸੁੱਟਤਾ ਸੀ, ਹਨਾ। ਉਹ ਮੇਰਾ ਪਾਸਪੋਰਟ ਤੇ ਮੇਰਾ ਵਰਕ ਪਰਮਿਟ ਲੱਭ ਰਹੀ ਸੀ। ਉਹ ਪਾਸਪੋਰਟ ਤੇ ਵਰਕ ਪਰਮਿਟ ਤੁਸੀਂ ਲੁਕੋ ਲਿਆ ਸੀਗਾ? ਹਾਂਜੀ, ਉਹ ਮੇਰਾ ਕਿਤੇ ਉਹਨਾਂ ਦੇ ਡਰਾਇਰ 'ਚ ਹੀ ਪਿਆ ਸੀਗਾ। ਉਹਨੇ ਉਹ ਡਰਾਇਰ ਨਹੀਂ ਖੋਲੀ, ਉਹ ਮੇਰੇ ਬੈਗ ਫਰੋਲਣ ਲੱਗ ਗਈ ਸੀਗੀ। ਪਤਾ ਸੀਗਾ ਫਿਰ ਤੁਸੀਂ ਵਰਕ ਪਰਮਿਟ ਤੇ ਪਾਸਪੋਰਟ ਆਪਣਾ ਲੈ ਆਂਦਾ ਵਾਪਸ? ਹਾਂਜੀ, ਕਿਉਂਕਿ ਪੁਲਿਸ ਨੇ ਹਾਂਜੀ ਫਿਰ ਉਹਨੂੰ ਡਰਾਇਰ 'ਚੋਂ ਲੱਭ ਗਿਆ ਸੀ। ਬਾਅਦ 'ਚ ਉਹਦੇ ਕੋਲ ਸੀ, ਫਿਰ ਪੁਲਿਸ ਨੇ ਉਹਦੀ ਮੈਨੂੰ ਦਵਾਤਾ ਸੀਗਾ। ਪੁਲਿਸ ਕਹਿੰਦੀ ਕਿ ਤੁਹਾਡਾ ਇਹ ਹੱਕ ਨਹੀਂ ਹੈਗਾ, ਤੁਸੀਂ ਕਾਪੀ ਮੰਗ ਸਕਦੇ ਆ ਬਟ ਤੁਸੀਂ ਹਨਾ ਇਦਾਂ ਨਹੀਂ ਮੰਗ ਸਕਦੇ। No, this is a property ਜਿਹੜੀ ਇੰਡੀਆ ਗਵਰਨਮੈਂਟ ਦੀ ਹੈ। Nobody have rights to keep that kind property. So ਜੀ ਹੁਣ ਤੁਹਾਨੂੰ ਕੌਂਸਲ ਕਹੇ ਕਿ ਪਾਸਪੋਰਟ ਵਾਪਸ ਕਰੋ, you have to return that ਕਿਉਂਕਿ ਗਵਰਨਮੈਂਟ ਦੀ ਪ੍ਰਾਪਰਟੀ ਹੈ। ਐਨੀਵੇ ਸਵੀਟ, ਦਿਸ ਡਿਫਰੈਂਟ ਇਸ਼ੂ। ਤੁਹਾਨੂੰ ਨੇ ਕੁੱਟਿਆ, ਤੁਹਾਨੂੰ ਮੰਜੇ ਤੇ ਚੁੱਕ ਕੇ ਮਾਰਿਆ, ਤੁਹਾਡੇ ਸੱਟ ਲੱਗੀ, ਜਦੋਂ ਕੰਧ ਦੇ ਨਾਲ ਤੁਹਾਡਾ ਸਿਰ ਲੱਗਾ ਔਰ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਹਸਪੀਟਲ ਲੈ ਕੇ ਗਈ ਪੁਲਿਸ ਕਿ ਨਹੀਂ? ਨਹੀਂ, ਉਸ ਟਾਈਮ ਕੁਝ ਨਹੀਂ ਹੋਇਆ ਸੀਗਾ ਕਿਉਂਕਿ ਉਹਨੇ ਮੈਨੂੰ ਸਿਰਫ ਧੱਕਾ ਮਾਰਿਆ ਤੇ ਮੈਂ ਬੈੱਡ ਤੇ ਚਲੀ ਗਈ ਤੇ ਬਾਅਦ ਚ ਉਹਨੇ ਮੇਰਾ ਕੰਧ 'ਚ ਸਿਰ ਮਾਰਿਆ, ਪਰ ਮੇਰੀ ਸੱਟ ਨਹੀਂ ਲੱਗੀ ਸੀ। ਤੁਸੀਂ ਪੁਲਿਸ ਨੇ ਪੁੱਛਿਆ ਤੁਹਾਨੂੰ ਕਿ ਤੁਸੀਂ ਬੇਹੋਸ਼ ਤਾਂ ਨਹੀਂ ਹੋ, ਹੋਸ਼ ਵਿੱਚ ਹੋ? ਪੁੱਛਿਆ ਸਾਰਾ ਕੁਝ? ਹਾਂਜੀ, ਮੈਨੂੰ ਪੁੱਛਿਆ ਸੀ ਉਦੋਂ ਉਹਨਾਂ ਨੇ। ਤੁਸੀਂ ਹਸਪੀਟਲ ਤੇ ਜਾਣਾ ਚਾਹੁੰਦੇ ਉਹਨਾਂ ਨੇ ਪੁੱਛਿਆ ਸੀਗਾ ਪੁਲਿਸ ਨੇ? ਹਾਂਜੀ, ਮੈਨੂੰ ਪੁੱਛਿਆ ਸੀ। ਓਕੇ, ਪੁਲਿਸ ਨੇ ਆਪਣੀ ਜੌਬ ਨੂੰ ਨਿਭਾਇਆ। ਓਕੇ, ਉਸ ਤੋਂ ਬਾਅਦ ਤੁਹਾਡੇ ਕਿਸੇ ਦੋਸਤ ਦੇ ਘਰ ਵਿੱਚ ਉਹਨਾਂ ਨੇ ਛੱਡ ਦਿੱਤਾ, ਫਿਰ ਕੀ ਹੋਇਆ? ਹਾਂਜੀ, ਫਿਰ ਉਸ ਤੋਂ ਬਾਅਦ ਮੈਨੂੰ ਲਾਈਕ ਅਲਬਰਟਾ ਐਕਟ ਵਾਲਿਆਂ ਨੇ ਹਨਾ ਮੇਰੇ ਨਾਲ ਗੱਲ ਕੀਤੀ, ਜਿਹੜੇ ਫੈਡਰਲ ਵਾਲੇ ਹੁੰਦੇ ਆ। ਤੇ ਉਸ ਤੋਂ ਬਾਅਦ ਕਾਫੀ ਲੰਬਾ ਪ੍ਰੋਸੈਸ ਚੱਲਿਆ, 1.5 ਮਹੀਨੇ ਦਾ। ਮੇਰੇ ਕੋਲ ਕੋਈ ਸਟੇਟਸ ਨਹੀਂ ਸੀ ਹਨਾ, ਤੇ ਮੈਂ ਇਦਾਂ ਹੀ ਮੈਂ ਬਹੁਤ ਬਹੁਤ ਸੀਗੀ ਉਸ ਟਾਈਮ ਕਿ ਪਤਾ ਨਹੀਂ ਮੇਰੀ ਲਾਈਫ ਚ ਸਟੇਟਸ ਤਾਂ ਆਲਰੇਡੀ ਸੀਗਾ ਜਦ ਤੁਸੀਂ ਵਰਕ ਪਰਮਿਟ ਤੇ ਲੈ ਕੇ ਆਏ ਹੋ, ਤੁਹਾਡੇ ਕੋਲ ਸਟੇਟਸ ਸੀਗਾ? ਹਾਂਜੀ, ਬਟ ਫਿਰ ਉਹ ਮੈਨੂੰ ਤਾਂ ਇਹ ਲੱਗਦਾ ਸੀ ਨਾ ਕਿ ਉਹਨਾਂ ਦੇ ਘਰ 'ਚ ਤਾਂ ਮੈਂ ਹੁਣ ਕੰਮ ਨਹੀਂ ਕਰ ਸਕਦੀ ਹੈਗੀ। ਨਹੀਂ, ਆਈ ਥਿੰਕ ਤੁਸੀਂ ਜਦੋਂ ਆ ਜਾਂਦੇ ਹੋ ਲਾਅ ਚੇਂਜ ਹੋਇਆ, ਯੂ ਕੈਨ ਵਰਕ ਐਨੀਵੇਅਰ ਯੂ ਵਾਂਟ। ਓਕੇ, ਐਨੀਵੇ ਸੋ ਉਸ ਤੋਂ ਬਾਅਦ ਕੀ ਹੋਇਆ ਫਿਰ ਸਵੀਟੀ? ਹਾਂਜੀ, ਉਹ ਲਾਅ ਉਸ ਤੋਂ ਬਾਅਦ ਹੀ ਚੇਂਜ ਹੋਇਆ ਹਨਾ। ਹਾਂ, ਫਿਰ ਕੀ ਹੋਇਆ? ਫਿਰ ਮੈਨੂੰ ਗਵਰਨਮੈਂਟ ਨੇ ਓਪਨ ਵਰਕ ਪਰਮਿਟ ਦਿਵਾਇਆ ਸੀਗਾ। ਓਕੇ, ਵੈਰੀ ਗੁੱਡ। ਬਟ ਫਿਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੈਨੂੰ LMIA ਜਾਂ ਕੁਝ ਵੀ ਲੱਭਣਾ ਪੈਣਾ ਤੇ ਵੀ ਤੈਨੂੰ ਕਰਕੇ ਆਪਣਾ ਫਿਰ ਇੱਥੇ ਕੁਝ ਕਰਨਾ ਪਊਗਾ। ਉਹਨਾਂ ਨੇ ਮੈਨੂੰ ਸਿਰਫ 6 ਮੰਥ ਦਾ ਦਿੱਤਾ ਸੀਗਾ ਜਿਹੜਾ ਵਰਕ ਪਰਮਿਟ ਸੀ। ਓਕੇ, ਠੀਕ ਹੈ, ਫਿਰ ਕੀ ਹੋਇਆ? ਮੈਂ ਕੰਮ ਲੱਭਿਆ ਸੀ ਇੱਕ ਜਗ੍ਹਾ ਤੇ ਹਨਾ, ਮੈਂ ਉਹਨਾਂ ਤੋਂ LMIA ਦੀ ਗੱਲ ਕੀਤੀ ਪਰ ਉਹਨਾਂ ਨੇ ਮੈਥੋਂ $40,000 ਮੰਗਿਆ। ਫਿਰ ਮੈਂ ਕਿਹਾ ਸੌਰੀ, ਮੈਂ ਤਾਂ ਦੇ ਨਹੀਂ ਸਕਦੀ ਹਨਾ। ਕਿਹਨਾਂ ਨੇ ਮੰਗਿਆ $40,000? ਆਪਣੀ ਪੰਜਾਬੀ ਸੀ ਆਪਣੇ? ਨਹੀਂ, ਇੱਥੇ ਮੈਂ ਕਿਤੇ ਫੂਡ 'ਚ ਕੰਮ ਕੀਤਾ ਸੀਗਾ। ਓਕੇ, ਹਾਂਜੀ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ ਹਨਾ, ਨਾ ਹੀ ਉਹ ਪੰਜਾਬੀ ਸੀਗੇ, ਉਹ ਕੋਈ ਹੋਰ ਕਮਿਊਨਿਟੀ ਸੀ ਹਨਾ। ਤੁਸੀਂ ਨਾਂ ਲਾਓ ਨਾ, ਯੂ ਕੈਨ ਸੇ ਨੇਮ, ਨੋ ਪ੍ਰੋਬਲਮ। ਹਾਂਜੀ, ਉਹ ਮੈਂ KFC ਤੇ ਕੰਮ ਕੀਤਾ ਸੀ ਇੱਥੇ ਆ ਕੇ, ਤੇ ਉਹ ਮੁਸਲਿਮ ਸੀ ਜਿਹੜਾ ਉਹਦਾ ਓਨਰ ਸੀ। ਹੀ ਆਸਕਿੰਗ $40,000? ਹਾਂਜੀ, ਉਹਨਾਂ ਨੇ ਮੈਨੂੰ $40,000 ਮੰਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸੌਰੀ ਹੈ ਨਾ ਵੀ ਮੈਂ ਦੇ ਨਹੀਂ ਸਕਦੀ ਹੈਗੀ ਇਹ। ਤੇ ਉਸ ਤੋਂ ਬਾਅਦ ਫਿਰ ਇਦਾਂ ਹੀ ਕੰਟੀਨਿਊ ਹੋਈ ਗਿਆ ਤੇ ਅਗਲੇ ਸਾਲ ਦਾ ਵਰਕ ਪਰਮਿਟ ਮੈਂ ਗਵਰਨਮੈਂਟ ਤੋਂ ਮੰਗਿਆ। ਮੈਂ ਉਹਨਾਂ ਨੂੰ ਕਿਹਾ ਕਿ ਵੀ ਸੌਰੀ, ਮੈਂ ਕੁਝ ਨਹੀਂ ਕਰ ਸਕਦੀ ਹੈ ਨਾ, ਵੀ ਤੁਹਾਨੂੰ ਦੇਣਾ ਪਊਗਾ ਮੈਨੂੰ ਵਰਕ ਪਰਮਿਟ ਕਿਉਂਕਿ ਮੇਰਾ ਕੋਈ ਕਸੂਰ ਨਹੀਂ ਸੀ। ਮੈਂ ਇੱਥੇ ਆਈ, ਮੇਰੇ ਨਾਲ ਆਏ ਹੋਇਆ ਹਨਾ। ਤੇ ਉਹਨਾਂ ਨੇ ਮੈਨੂੰ 1 ਸਾਲ ਦਾ ਦੇਤਾ। ਓਕੇ, ਵੈਰੀ ਗੁੱਡ। 1 ਸਾਲ ਹਾਂਜੀ, ਫਿਰ ਆ ਵਾਇਰਸ ਆ ਗਿਆ, ਫਿਰ ਮੈਂ ਘਰੇ ਸੀ ਪਰ ਫਿਰ ਵੀ ਮੈਂ ਜੌਬ ਲੱਭੀ ਹਨਾ। ਜਦੋਂ ਮੈਂ ਲਾਇਸੈਂਸ ਲਿਆ ਸਿਕਿਉਰਿਟੀ ਦਾ, ਫਿਰ ਮੈਂ ਸਿਕਿਉਰਿਟੀ 'ਚ ਜੌਬ ਕਰਨ ਲੱਗੀ ਇੱਥੇ। ਤੇ ਹਾਂਜੀ, ਫਿਰ ਮੈਂ 6-7 ਮਹੀਨਿਆਂ 'ਚ ਲਾਈਕ ਮੇਰੀ ਵਧੀਆ ਜੌਬ ਸੀ, ਫਿਰ ਮੈਨੂੰ ਵਧੀਆ ਪੋਜੀਸ਼ਨ ਵੀ ਮਿਲ ਗਈ ਸੀਗੀ। ਅੱਛਾ, ਹੁਣ ਕੀ ਹੋਇਆ? ਸ਼ਾਰਟ ਸਟੋਰੀ। ਉਸ ਤੋਂ ਬਾਅਦ ਫਿਰ ਕੀ ਕੀਤਾ ਤੁਸੀਂ? ਹਾਂਜੀ, ਉਸ ਤੋਂ ਬਾਅਦ ਫਿਰ ਮੈਨੂੰ ਗਵਰਨਮੈਂਟ ਨੇ ਫਿਰ ਨੈਕਸਟ ਈਅਰ ਦਾ ਵਰਕ ਪਰਮਿਟ ਦਿਵਾਤਾ। ਪਰ ਫਿਰ ਮੈਂ ਉਹਨਾਂ ਨੂੰ ਇਹੀ ਕਹਿ ਰਹੀ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ LMIA ਜਾਂ ਕੁਝ ਵੀ ਲੱਭਣਾ ਪਊਗਾ PR ਹੋਣ ਲਈ ਹਨਾ। ਤੇ ਸਿਕਿਉਰਿਟੀ ਦੀ ਜੌਬ ਤੇ ਮੈਂ PR ਨਹੀਂ ਹੋ ਸਕਦੀ ਸੀ। ਤੇ ਬਾਅਦ ਦੇ ਵਿੱਚ ਫਿਰ ਮੈਂ ਇੱਥੇ ਇੱਕ ਕੰਪਨੀ ਦੇ ਵਿੱਚ ਅਪਲਾਈ ਕੀਤਾ ਕਿਉਂਕਿ ਮੇਰਾ ਇੰਡੀਆ ਤੋਂ ਪਹਿਲਾਂ ਐਕਸਪੀਰੀਅੰਸ ਵੀ ਹੈਗਾ ਤੇ ਮੈਂ ਉੱਥੇ ਹੈਲਥ ਮੈਂਟਲ ਕੇਅਰ ਦਾ ਕਰਕੇ ਆਈ ਹੋਈ ਹਾਂ ਡਿਪਲੋਮਾ। ਤੇ ਫਿਰ ਮੈਂ ਇੱਥੇ ਉਹਨਾਂ ਨੂੰ ਇੱਕ ਕੰਪਨੀ ਦੇ ਵਿੱਚ ਅਪਲਾਈ ਕੀਤਾ ਤੇ ਫਿਰ ਮੈਨੂੰ ਕੰਪਨੀ ਤੋਂ ਕਾਲ ਆਈ। ਉਹ ਕਹਿੰਦੇ ਕਿ ਇਦਾਂ ਕਰਕੇ ਕਿ ਤੁਸੀਂ ਇਸ ਕੇਅਰ ਦਾ ਕਰ ਸਕਦੇ ਆ
ਸਾਡੇ ਕੋਲ ਇੱਕ ਜੌਬ ਪੋਜੀਸ਼ਨ ਆ। ਹੂੰ ਉਹ ਇੱਕ ਇਟਾਲੀਅਨ ਫੈਮਿਲੀ ਸੀ। ਮੈਂ ਉਹਨਾਂ ਨੂੰ ਮਿਲਣ ਗਈ ਇਟਾਲੀਅਨ ਫੈਮਿਲੀ ਨੂੰ। ਹੂੰ ਉਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਜਦੋਂ ਮੈਂ ਘਰੇ ਆਈ, ਫਿਰ ਮੇਰੀ ਉਹ EMPLOYER ਨੇ, ਕੰਪਨੀ ਵਾਲੀ ਨੇ ਜਿੱਥੇ ਮੈਂ ਅਪਲਾਈ ਕੀਤਾ ਸੀ, ਉਹਨੇ ਮੈਨੂੰ ਕਾਲ ਕੀਤੀ ਕਿ ਤੈਨੂੰ ਕਿੱਦਾਂ ਲੱਗਿਆ। ਮੈਂ ਕਿਹਾ ਵੀ ਠੀਕ ਆ, ਵੀ ਉਹ ਦੋਨੇ ਜਾਣੇ ਹੀ ਆ ਘਰ ਦੇ ਵਿੱਚ, ਹਸਬੈਂਡ ਵਾਈਫ ਬਿਲਕੁਲ ਪੈਰਾਲਾਈਜ਼ ਆ ਹਨਾ। ਮੈਂ ਕਿਹਾ ਦੈਟਸ ਫਾਈਨ, ਮੈਂ ਕੰਮ ਕਰ ਲੂੰਗੀ। ਬਟ ਉਹ ਕਹਿੰਦੀ ਕਿ ਤੈਨੂੰ $15 ਮਿਲਣਗੇ। ਫਿਰ ਮੈਂ ਉਹਨੂੰ ਕਿਹਾ ਸੌਰੀ ਕਿ ਮੈਨੂੰ ਵੀ ਮੈਂ ਕਿਤੇ ਹੋਰ ਅਪਲਾਈ ਕਰ ਲੂੰਗੀ, ਮੇਰੇ ਕੋਲ ਐਕਸਪੀਰੀਅੰਸ ਹੈਗਾ ਵਾ ਤੇ ਮੇਰੇ ਕੋਲ ਸਰਟੀਫਿਕੇਸ਼ਨ ਵੀ ਆ, ਤੇ ਵੀ ਮੈਨੂੰ ਫਿਰ ਇਹ ਜੌਬ ਨਹੀਂ ਚਾਹੀਦੀ ਹੈ ਨਾ, ਕਿਉਂਕਿ ਮੇਰੇ ਲਈ ਪੈਸੇ ਘੱਟ ਸੀ। ਉਸ ਤੋਂ ਬਾਅਦ ਫਿਰ ਥੋੜੇ ਦਿਨਾਂ ਬਾਅਦ ਲਾਈਕ 1 ਵੀਕ ਬਾਅਦ ਮੈਨੂੰ ਲੇਡੀ ਦੀ ਕਾਲ ਆਈ। ਉਹ ਕਹਿੰਦੀ ਏਦਾਂ ਕਰਕੇ ਕਿ ਫੈਮਿਲੀ ਕਹਿੰਦੀ ਆ ਕਿ ਸਾਨੂੰ ਕੁੜੀ ਨਾਈਸ ਲੱਗੀ ਆ ਉਹ ਹਨਾ, ਵੀ ਉਹਦੇ ਕੋਲ ਐਕਸਪੀਰੀਅੰਸ ਵੀ ਆ ਤੇ ਉਹਦੇ ਕੋਲ ਲਾਈਕ ਸਰਟੀਫਿਕੇਸ਼ਨ ਵੀ ਆ ਕਿ ਉਹ ਪੈਰਾਲਾਈਜ਼ ਲੇਡੀ ਦੀ ਕੇਅਰ ਕਰ ਸਕਦੀ ਆ। ਓਕੇ ਹਾਂਜੀ, ਤੇ ਉਹ ਸੈਟਰਡੇ ਦਾ ਦਿਨ ਸੀਗਾ ਤੇ ਮੈਨੂੰ ਉਹਨਾਂ ਨੇ ਕੰਮ ਤੇ ਬੁਲਾਇਆ। ਉਹ ਕਹਿੰਦੇ ਕਿ ਅਸੀਂ $20 ਦੇ ਦਾਂਗੇ। ਤੇ ਫਿਰ ਮੈਂ ਕਿਹਾ ਵੀ ਠੀਕ ਆ, ਓਕੇ ਹਨਾ, ਮੈਨੂੰ ਫਾਈਨ ਆ ਕਿ ਮੈਂ ਕਰ ਲੂੰਗੀ ਕੰਮ। ਕਿੰਨੇ ਘੰਟੇ ਕੰਮ ਕਰਨਾ ਸੀ ਰੋਜ਼? ਉਹ ਪਾਰਟ ਟਾਈਮ ਜੌਬ ਸੀਗੀ, ਸੈਟਰਡੇ ਸੰਡੇ ਲਈ। ਅੱਛਾ, ਸੈਟਰਡੇ 6 ਤੋਂ 9 ਤੱਕ ਕਰਨਾ ਸੀਗਾ ਤੇ ਸੰਡੇ ਦਾ ਕੰਮ ਸੀਗਾ ਮਾਰਨਿੰਗ 8 ਤੋਂ ਲੈ ਕੇ ਰਾਤ ਦੇ 9 ਤੱਕ। ਓ ਆਈ ਸੀ, 6 ਤੋਂ 9 ਸ਼ਾਮ ਦਾ। ਹਾਂਜੀ ਓਕੇ ਓਕੇ, ਫਿਰ ਕੀ ਹੋਇਆ? ਸ਼ਾਰਟ ਸਟੋਰੀ ਦੱਸੋ। ਉਸ ਤੋਂ ਬਾਅਦ ਉਸ ਘਰ ਵਿੱਚ ਤੁਸੀਂ ਚੱਲ ਜਾਂਦੇ, ਇੱਕ ਲੇਡੀ ਤੇ ਇੱਕ ਆਦਮੀ। ਆਦਮੀ ਦੀ ਕਿੰਨੀ ਉਮਰ ਹੈ? ਆਦਮੀ ਦੀ ਉਮਰ ਉਹਦੀ 80 ਸੀਗੀ ਤੇ ਜਿਹੜੀ ਲੇਡੀ ਸੀ ਉਹ ਅਰਾਊਂਡ 70 ਸੀ। ਅੱਛਾ, ਲੇਡੀ ਜਿਹੜੀ ਸੀਗੀ ਉਹ ਪੈਰਾਲਾਈਜ਼ ਸੀਗੀ ਤੇ ਆਦਮੀ ਜਿਹੜਾ ਸੀਗਾ ਉਹ ਬਿਲਕੁਲ ਠੀਕ ਸੀਗਾ, ਨਾਰਮਲ ਹੈ? ਬਿਲਕੁਲ ਹਾਂਜੀ, ਉਹ ਲੱਗਦਾ ਵੀ ਨਹੀਂ ਕਿ ਉਹ 80 ਇਅਰ ਦਾ ਸੀਗਾ ਹਨਾ। ਉਹ ਜੰਗ ਸੀਗਾ, ਉਹ ਤੁਰਿਆ ਫਿਰਦਾ ਸੀਗਾ? ਬਿਲਕੁਲ ਬਹੁਤ ਵਧੀਆ। ਉਹ ਆਪਦੀ ਘਰ ਵਾਲੀ ਦੀ ਕੇਅਰ ਕਰ ਸਕਦਾ ਸੀ, ਉਹਨੂੰ ਚੁੱਕ ਕੇ ਉਹ ਬੈੱਡ ਤੇ ਪਾ ਦਿੰਦਾ ਸੀ ਕਿਉਂਕਿ ਉਹ ਬਿਲਕੁਲ ਪੈਰਾਲਾਈਜ਼ ਸੀ, ਉਹਦੀ ਪੂਰੀ ਕੇਅਰ ਕਰ ਲੈਂਦਾ। ਆਦਮੀ ਦੀ ਹਾਈਟ ਕਿੰਨੀ ਸੀ? ਆਈ ਕੈਨ ਸੇ ਉਹਦੀ ਹਾਈਟ 5'4", 5'5" ਸਮਥਿੰਗ ਸੀ। ਛੋਟਾ ਸੀ ਕੱਦ ਦਾ? ਹਾਂਜੀ। ਮੋਟਾ ਸੀ? ਜ਼ਿਆਦਾ ਮੋਟਾ ਨਹੀਂ ਸੀਗਾ, ਮਤਲਬ ਫਿੱਟ ਸੀ, ਬਾਡੀ ਫਿੱਟ ਸੀਗੀ ਔਰ ਫਿੱਟ ਸੀਗਾ ਇਹ? ਹਾਂਜੀ। ਓਕੇ, ਸੋ ਇਹ ਆਦਮੀ ਨੇ ਤੁਸੀਂ ਘਰ ਵਿੱਚ ਗਏ, ਕੰਮ ਕਰ ਕੀਤਾ ਔਰ ਪਹਿਲੇ ਦਿਨ ਗਏ ਤੁਸੀਂ, ਵਾਪਸ ਆ ਗਏ ਬਿਲਕੁਲ ਠੀਕ। ਫਿਰ ਦੂਜੇ ਦਿਨ ਜਦੋਂ ਤੁਸੀਂ ਰਾਤ ਨੂੰ ਗਏ ਜਾਂ ਦਿਨ ਨੂੰ ਗਏ ਕੰਮ ਤੇ? ਹਾਂਜੀ, ਮੈਂ ਅਗਲੇ ਦਿਨ ਨੂੰ ਕੰਮ ਤੇ ਗਈ। ਹਾਂ, ਤੇ ਉਹ ਕੰਮ ਵਧੀਆ ਸੀ। ਉਹ ਦੱਸਣ ਲੱਗ ਗਿਆ ਕਿ ਇਦਾਂ ਕਰਕੇ ਸਾਡੇ ਗ੍ਰੀਨ ਹਾਊਸ ਲੱਗੇ ਆ। ਉਹ ਲੇਡੀ ਗੱਲਾਂ ਕਰਨ ਲੱਗੀ ਕਿ ਇਦਾਂ ਅਸੀਂ ਕਰਦੇ ਆ। ਤੇ ਥੋੜੇ ਟਾਈਮ ਬਾਅਦ ਕਿ ਉਹ ਇੱਕ ਸੈਂਡਲ ਲੈ ਕੇ ਆਇਆ ਨੀਚੇ ਤੋਂ, ਮੈਨੂੰ ਕਹਿੰਦਾ ਕਿ ਤੂੰ ਰੱਖ ਲਾ। ਮੈਂ ਕਿਹਾ ਵੀ ਸੌਰੀ ਹਨਾ, ਵੀ ਮੇਰੇ ਤਾਂ ਕੋਈ ਕੰਮ ਦੇ ਨਹੀਂ ਹੈਗੇ ਇਹ, ਵੀ ਮੈਂ ਨਹੀਂ ਰੱਖਣੇ ਹੈਗੇ। ਤੇ ਬਸ ਉਦੋਂ ਇੰਨੀਆਂ ਕਿ ਗੱਲਾਂ ਹੋਈਆਂ ਸੀਗੀਆਂ। ਪੇ ਅਟੈਂਸ਼ਨ ਪਲੀਜ਼। ਸੋ ਉਹ ਸੈਂਡਲ ਲੈ ਕੇ ਆਇਆ, ਤੁਹਾਨੂੰ ਸੈਂਡਲ ਦਿੱਤੇ ਉਹਨੇ ਕਿ ਆ ਤੂੰ ਜੂਸ ਕਰ ਲਈ, ਪਾ ਲਾਈ ਹੈ ਨਾ? ਤੁਸੀਂ ਕਹਿੰਦੇ ਨੋ ਆਈ ਡੋਨਟ ਨੀਡ ਇਟ। ਓਕੇ, ਦੈਨ ਵਾਟ ਹੈਪਨ? ਹਾਂਜੀ, ਤੇ ਫਿਰ ਸ਼ਾਮ ਨੂੰ ਜਦੋਂ ਮੈਂ ਉਹਨਾਂ ਨੂੰ ਡਿਨਰ ਦੇਤਾ ਤੇ ਡਿਨਰ ਤੇ ਉਹਨੇ ਮੈਨੂੰ ਇੱਕ ਲਾਈਕ ਜੂਸ, ਉਹ ਕਹਿੰਦਾ ਜੂਸ ਆ ਅਸੀਂ ਬਣਾਉਣੇ ਆ ਘਰੇ, ਕਿਉਂਕਿ ਦਿਨੇ ਵੀ ਉਹਨਾਂ ਨੇ ਦਿਖਾਇਆ ਸੀ ਕਿ ਗ੍ਰੀਨ ਹਾਊਸ ਆ ਇਦਾਂ ਕਿ ਇਹ ਹੈਲਦੀ ਜੂਸ ਆ। ਮੈਂ ਉਹ ਲਿਆ, ਮੈਂ ਉਹਦੀਆਂ ਲਾਈਕ 1-2 ਸਿਪ ਦੇ ਬਾਅਦ ਮੈਨੂੰ ਵਧੀਆ ਨਹੀਂ ਲੱਗਿਆ। ਮੈਨੂੰ ਲਾਈਕ ਟੇਸਟ ਉਹਦਾ ਕੁਛ ਆਈ ਡੋਨਟ ਨੋ, ਮੈਂ ਕਦੇ ਐਵੇਂ ਦਾ ਟੇਸਟ ਨਹੀਂ ਹੈ ਨਾ ਪਹਿਲਾਂ ਆਪਦੀ ਲਾਈਫ ਦੇ ਵਿੱਚ ਕੁਛ ਐਵੇਂ ਦਾ ਪੀਤਾ ਨਹੀਂ। ਹੋ ਸਕਦਾ ਕਿ ਸ਼ਰਾਬ ਪਾਤੀ ਹੋਵੇ? ਹਾਂਜੀ, ਕਿ ਉਹਦੇ ਚ ਥੋੜਾ ਬਹੁਤਾ ਕੋਈ ਨਸ਼ਾ ਸੀ। ਓ ਮਾਈ ਗॉड, ਕਮ ਔਨ ਬੇਬੀ, ਸਵੀਟੀ, ਤੂੰ ਜੂਸ ਪੀਤਾ ਤੇ ਉਹ ਜੂਸ ਜਿਹੜਾ ਸੀਗਾ ਉਸ ਵੇਲੇ ਜੋ ਜੂਸ ਪੀਤਾ ਤੇ ਉਹ ਜਿਹੜਾ ਗੋਰਾ ਸੀਗਾ ਉਹ ਵੀ ਕੁਝ ਪੀ ਰਿਹਾ ਸੀਗਾ, ਉਹ ਡਰਿੰਕ ਪੀ ਰਿਹਾ ਸੀ ਉਸ ਵੇਲੇ, ਉਹਨ ਪੀਤੀ ਸੀ ਤੇ ਸਾਹਮਣੇ? ਹਾਂਜੀ, ਉਹ ਕਰ ਰਿਹਾ ਸੀ ਨਾ, ਪਰ ਮੈਂ ਤਾਂ ਉਹਨੂੰ ਇੱਕ ਦੋ ਘੁੱਟ ਤੋਂ ਬਾਅਦ ਪੀਤਾ ਨਹੀਂ, ਮੈਨੂੰ ਕੁਝ ਗਲਤ ਲੱਗਿਆ। ਉਹਦੀ ਵਾਈਫ ਕਿੱਥੇ ਸੀ ਫਿਰ? ਉਹ ਵਾਈਫ ਕਿੱਥੇ ਸੀ? ਉਹਦੀ ਵਾਈਫ ਵੀ ਉੱਥੇ ਸੀ, ਅਸੀਂ ਤਿੰਨੇ ਜਣੇ ਡਿਨਰ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਫੈਮਿਲੀ ਦਾ ਰੂਲ ਆ ਕਿ ਤੁਹਾਨੂੰ ਨਾਲ ਬਹਿ ਕੇ ਥੋੜਾ ਬਹੁਤਾ ਤਾਂ ਕੁਝ ਖਾਣਾ ਹੀ ਪਊਗਾ। ਓਕੇ, ਚਲੋ, ਵਿਦ ਰਿਸਪੈਕਟ। ਓਕੇ, ਦੈਨ ਵਾਟ ਹੈਪਨ? ਤੇ ਫਿਰ ਜਦੋਂ ਡਿਨਰ ਤੋਂ ਬਾਅਦ ਮੈਂ ਲੇਡੀ ਦੀ ਕੇਅਰ ਕੀਤੀ ਤੇ ਉਹਨੂੰ ਜਦੋਂ ਮੈਂ ਬੈੱਡ ਤੇ ਪਾਤਾ ਤੇ ਜਦ ਮੈਂ ਬਾਹਰ ਆਉਣ ਲੱਗੀ ਤੇ ਉਹਨੇ ਮੈਨੂੰ ਟੱਚ ਕਰਨਾ ਸਟਾਰਟ ਕਰਤਾ। ਓ ਮਾਈ ਗॉड, ਹਸਬੈਂਡ ਸੀ। ਹਾਂਜੀ, ਹੀ ਟੱਚ ਯੂ? ਹਾਂਜੀ, ਉਹ ਬਹੁਤ ਬੈਡ ਟੱਚ ਸੀਗਾ ਤੇ ਮੈਂ ਆਪਦੇ ਆਪ ਨੂੰ ਸੇਫ ਕਰਨ ਲਈ ਕਿਚਨ ਚ ਆ ਗਈ। ਤੇ ਜਦੋਂ ਮੈਂ ਕਿਚਨ ਚ ਆ ਗਈ ਤੇ ਉਹਨੇ ਲਾਈਕ ਮੈਨੂੰ ਬਾਹਾਂ ਤੋਂ ਵੀ ਬਹੁਤ ਜ਼ਿਆਦਾ ਘੁੱਟਤਾ ਕਿ ਮੈਂ ਜਾ ਨਹੀਂ ਸਕਦੀ ਸੀ ਕਿਸੇ ਪਾਸੇ। ਓ ਮਾਈ ਗॉड, ਇੰਨਾ ਉਹ 80 ਸਾਲ ਦਾ ਬੁੱਢਾ ਔਰ ਤੁਸੀਂ 24 ਸਾਲ ਦੇ ਸੀ ਬੇਟਾ, ਔਰ ਤੁਹਾਨੂੰ ਇੰਨਾ ਮਤਲਬ ਉਹਨੇ ਜ਼ੋਰ ਨਾਲ ਉਹਨੇ ਤੁਹਾਡੇ ਸਰੀਰ ਨੂੰ ਕੁੱਟਿਆ? ਹਾਂਜੀ ਹਾਂਜੀ, ਬਾਹਾਂ ਤੋਂ ਫੜ ਲਿਆ? ਹਾਂਜੀ, ਉਹਨੇ ਮੈਨੂੰ ਬਾਹਾਂ ਤੋਂ ਪਿਆ। ਓ ਮਾਈ ਗॉड, ਓ ਗॉड, ਲੱਗਿਆ ਜਿੱਦਾਂ ਕਿ ਮੈਂ ਕਿਹਾ ਵੀ ਮੈਂ ਤੇਰੀ ਕੁੜੀਆਂ ਵਰਗੀ ਆ, ਕਹਿ ਕੇ ਹਟਿਆ ਇਹ ਗੱਲ ਹਨਾ।
ਕਹਿੰਦਾ ਸਾਰੀ ਵੀ ਕੁੜੀਆਂ ਵਰਗੀ ਨਹੀਂ, ਤੂੰ ਮੇਰੀ ਫਰੈਂਡ ਆ। Oh my ਤੇ- God. Oh God, this is nonsense. So no, oh my God, don't be upset, sweetie. Don't be that. ਆਪਣਾ ਮਕਸਦ ਇਹੀ ਲੋਕਾਂ ਨੂੰ ਦੱਸਣ ਦਾ ਕਿ ਤੁਸੀਂ ਕਦੇ ਵੀ ਕਿਸੇ ਤੇ ਯਕੀਨ ਨਾ ਕਰੋ। ਔਰ ਇਹ ਲੜਕੀ ਕੰਮ ਕਰਨ ਗਈ ਹੈ, ਦੂਜੇ ਦਿਨ ਉਹਨੇ ਸ਼ਰਾਬ ਪੜਾਤੀ ਲੜਕੀ ਨੂੰ ਔਰ ਉਹਨੇ ਟੇਸਟਲੈਸ ਸਮਝਿਆ। ਔਰ ਤੁਸੀਂ ਕਿੰਨੇ ਘੁੱਟ ਪੀਤੇ, ਤੁਹਾਨੂੰ ਇਹ ਤਾਂ ਨਹੀਂ ਨਸ਼ਾ ਤਾਂ ਨਹੀਂ ਹੋ ਗਿਆ ਸੀ ਕੋਈ ਬੇਟਾ? ਨਹੀਂ, ਮੈਨੂੰ ਬਿਲਕੁਲ ਵੀ ਨਸ਼ਾ ਨਹੀਂ ਹੋਇਆ ਉਹ ਸੀਗਾ, ਇਨਸਿਸਟ ਕਰ ਰਿਹਾ ਸੀ ਕਿ ਤੂੰ ਉਹਨੂੰ ਪੀ ਲਾ ਸਾਰੇ ਨੂੰ। ਹਾਂਜੀ। ਤੇ But ਜਦੋਂ ਉਹਨੇ ਮੈਨੂੰ ਤੁਹਾਨੂੰ ਕੁੱਟਿਆ, ਉਹਨੇ ਤੁਹਾਨੂੰ ਆਪਣੇ ਕਲਾਵੇ ਵਿੱਚ ਲਿਆ, ਆਪਣੇ ਬਾਹਾਂ 'ਚ ਲਿਆ, ਤਾਂ ਉਹ ਕਿੱਥੇ ਸੀ? ਰੂਮ ਸੀਗਾ ਜਾਂ ਰਸੋਈ ਸੀ ਜਾਂ ਲਿਵਿੰਗ ਰੂਮ ਸੀ ਜਾਂ ਫੈਮਿਲੀ ਰੂਮ ਸੀ, ਕਿੱਥੇ ਸੀ? ਉਹ ਕਿਚਨ 'ਚ ਸੀ, ਕਿਉਂਕਿ ਮੈਂ ਆਪਣੇ ਆਪ ਨੂੰ ਬਚਾਉਣ ਲਈ ਕਿਚਨ 'ਚ ਆ ਗਈ ਸੀ। ਉਹ ਮਗਰ ਆ ਗਿਆ ਫਿਰ? ਉਹ ਮਗਰ ਆ ਗਿਆ। ਉਹ ਤੁਹਾਨੂੰ ਜ਼ਰੂਰ ਕੁੱਟ ਦਿੱਤਾ ਏਦਾਂ? ਹਾਂਜੀ। ਤੇ ਸੋ ਹੀ ਟੱਚ ਯੂ ਐਕਚੁਅਲੀ, ਹਾਂਜੀ? ਹਾਂਜੀ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ ਕਹਿੰਦੇ ਮੈਂ ਤਾਂ ਤੁਹਾਡੀ ਧੀ ਲੱਗਦੀ ਹੈ, ਕਹਿੰਦੇ ਤੂੰ ਧੀ ਨਹੀਂ। ਫਿਰ ਕੀ ਹੋਇਆ ਬੇਟਾ? ਟੈਲ ਮੀ ਟਰੂ, ਡੋਂਟ ਲਾਈ। ਕੀ ਹੋਇਆ? ਡੋਂਟ ਕਰਾਈ ਸਵੀਟੀ, ਡੋਂਟ ਵਰੀ ਦੈਟ। ਵੀ ਹੈਲਪ ਯੂ, ਕਮਿਊਨਿਟੀ ਹੈਲਪ ਕਰੂਗੀ ਬੇਟਾ। ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਬੱਚੇ ਜਿਹੜੇ ਪੜ੍ਹਨ ਆਏ ਨੇ ਜਾਂ ਬੱਚੇ ਵਰਕ ਪਰਮਿਟ ਤੇ ਆਏ ਨੇ, ਇਹ ਵੀ ਜਿਹੜੀ ਕਿਸੇ ਧੀਆਂ, ਸਾਡੀਆਂ ਧੀਆਂ ਨੇ, ਜੇ ਇਹਨਾਂ ਨੇ ਇਸ ਤਰ੍ਹਾਂ ਵਧੀਕੀ ਹੁੰਦੀ ਆ ਔਰ ਸਟੋਰੀ ਨੂੰ ਅੱਗੇ ਸੁਣਨ ਵਾਲਾ ਕਿ ਪੁਲਿਸ ਨੇ ਹਾਲੇ ਤੱਕ ਐਕਸ਼ਨ ਨਹੀਂ ਲਿਆ। ਆਪਾਂ ਚਾਹਾਂਗੇ ਕਿ ਸਾਡੇ ਸੁਣਨ ਵਾਲੇ ਲੋਕ, ਕੋਈ ਵਕੀਲ ਹੈ, ਕੁਝ ਵੀ ਹੈ, ਫੌਰਨ ਐਕਸ਼ਨ ਲਿਆ ਜਾਵੇ ਤਾਂ ਕਿ ਉਸ ਬਦਮਾਸ਼ ਟਾਈਪ ਬੰਦੇ ਨੂੰ ਅੰਦਰ ਕਰਾਇਆ ਜਾਵੇ। ਓਕੇ ਸਵੀਟ, ਉਸ ਤੋਂ ਬਾਅਦ ਫਿਰ ਤੈਨੂੰ ਟੱਚ ਕੀਤਾ, ਸੋ ਤੁਸੀਂ ਨਰਵਸ ਹੋ ਗਏ ਫਿਰ ਇੱਕਦਮ ਡਿੱਗ ਗਏ? ਹਾਂਜੀ, ਉਹਨੇ ਮੈਨੂੰ ਬਹੁਤ ਗੰਦਾ ਟੱਚ ਕੀਤਾ ਤੇ ਉਹਨੇ ਮੇਰੀ ਬਾਡੀ ਤੇ ਬਹੁਤ ਜ਼ਿਆਦਾ ਗੰਦੇ ਟੱਚ ਕੀਤੇ ਤੇ ਬਹੁਤ ਪੇਨਫੁਲ। ਓ ਮਾਈ ਗॉड, ਵੈਰੀ ਬੈਡ ਐਂਡ ਸੈਡ। ਸੌਰੀ, ਸ਼ਰਮ ਚਾਹੀਦੀ ਸੀ ਸਾਲ ਦੇ ਬਜ਼ੁਰਗ ਨੂੰ, ਔਰ ਇੱਕ ਬੱਚੀ ਹੋਵੇ 24 ਸਾਲ ਦੀ, ਤੁਹਾਡੀ ਬਾਡੀ ਤੇ ਬੈਡ ਟੱਚ ਕੀਤੇ, ਉਹਨੇ ਤੁਹਾਨੂੰ ਟੱਚ ਕੀਤਾ ਔਰ ਤੁਹਾਨੂੰ ਤੁਸੀਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਫਿਰ ਕੀ ਹੋਇਆ ਉਸ ਤੋਂ ਬਾਅਦ? ਮੈਂ ਬਹੁਤ ਜ਼ਿਆਦਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਹ ਮੇਰੇ ਜਿੱਦਾਂ ਕਲੋਜ਼ ਆਇਆ ਸੀ ਤੇ ਮੈਂ ਉਨੀ ਬੈਕ ਹੋ ਰਹੀ ਸੀ, ਬਟ ਉਹਨੇ ਮੈਨੂੰ ਕੰਧ ਸੀ ਮੇਰੇ ਪਿੱਛੇ, ਪਰ ਫਿਰ ਵੀ ਮੈਂ ਇਦਾਂ ਕਰ ਰਹੀ ਸੀ, ਆਪਦਾ ਫੇਸ ਰੋਟੇਟ ਕਰ ਰਹੀ ਸੀ ਕਿ ਮੈਂ ਬਚ ਰਹੀ ਸੀ। ਤੇ ਉਹਨੇ ਫਿਰ ਤੁਹਾਨੂੰ ਕੰਧ ਦੇ ਨਾਲ ਜਾ ਕੇ ਫਿਰ ਟੱਚ ਕਰ ਲਿਆ? ਹਾਂਜੀ। ਤਾਂ ਜੋ ਉਹ ਜਿਹੜੀ ਵਾਈਫ ਸੀ ਉਹਦੀ ਕਿੱਥੇ ਸੀ? ਉਹ ਤੇ ਬਿਲਕੁਲ ਪੈਰਾਲਾਈਜ਼ ਆ, ਉਹ ਬੈੱਡ ਤੇ ਸੀ। ਉਹਨੂੰ ਨਹੀਂ ਪਤਾ ਕੀ ਹੋ ਰਿਹਾ? ਹਾਂਜੀ। ਤੂੰ ਰੌਲੀ ਪਾ ਰਹੀ ਸੀ ਬੇਟਾ? ਹਾਂਜੀ, ਮੈਂ ਪਾ ਰਹੀ ਸੀ, ਬਟ ਉਸ ਤੋਂ ਪਹਿਲਾਂ ਵੀ ਉਹਦੀ ਵਾਈਫ ਨੇ ਉਹਨੂੰ ਕਿਹਾ ਸੀ ਕਿ ਤੂੰ ਡਰੰਕ ਆ। ਹਾਂ। ਤੇ ਕਿਉਂਕਿ ਉਹਦੀ ਵਾਈਫ ਬਿਲਕੁਲ ਉੱਠ ਹੀ ਨਹੀਂ ਸਕਦੀ, ਉਹ ਤਾਂ ਉੱਠ ਕੇ ਬੈੱਡ ਤੇ ਵੀ ਨਹੀਂ ਬੈਠ ਸਕਦੀ। ਪਰ ਉਹਨੂੰ ਸੁਣਦਾ ਹੋਊਗਾ ਕਿ ਆ ਕੁਝ ਹੋ ਰਿਹਾ? ਹਾਂਜੀ, ਉਹਨੂੰ ਥੋੜਾ ਜ਼ਿਆਦਾ ਉੱਚੀ ਸੁਣਦਾ ਵਾ। ਤੇ ਉਹ ਮੈਂ ਆਪਣੇ ਆਪ ਨੂੰ ਬਚਣ ਲਈ ਕਿਚਨ 'ਚ ਆ ਗਈ ਸੀ। ਉਹਨਾਂ ਦੀ ਕਿਚਨ ਥੋੜੇ ਉਹ ਲੇਡੀ ਦੇ ਰੂਮ ਤੋਂ ਸਾਈਡ ਤੇ ਸੀ, ਤਾਂ ਉਹਨੇ ਵੇਖਿਆ ਨਹੀਂ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਉਹ ਬਜ਼ੁਰਗ ਨੇ, ਤੁਸੀਂ ਲੇਡੀ ਨੂੰ ਸੁਣ ਰਿਹਾ ਸੀ, ਬਟ ਉਹ ਰੌਲਾ ਪਾ ਰਹੀ ਸੀ ਲੇਡੀ ਪਈ ਉੱਥੇ। ਹਾਂਜੀ, ਪਈ ਹੋਈ ਰੌਲਾ ਪਾ ਰਹੀ ਸੀ। ਉਹ ਇੰਨਾ ਉੱਚੀ ਨਹੀਂ ਬੋਲ ਸਕਦੀ, ਪਰ ਜਿੰਨਾ ਕਿ ਵੀ ਉਹ ਬੋਲ ਸਕਦੀ, ਉਹ ਰੌਲਾ ਪਾ ਰਹੀ ਸੀ। ਕੀ ਕਹਿ ਰਹੀ ਸੀ ਲੇਡੀ? ਉਹ ਮੈਨੂੰ ਤਾਂ ਉਸ ਟਾਈਮ ਪਤਾ ਹੀ ਨਹੀਂ ਉਹ ਕੀ ਕਹਿ ਰਹੀ ਸੀ, ਬਟ ਤੁਸੀਂ ਨਰਵਸ ਸੀਗੇ? ਮੇਰੇ ਕੰਨਾਂ 'ਚ ਉਹਦੀ ਆਵਾਜ਼ ਪੈ ਰਹੀ ਸੀ। ਹਾਂਜੀ। ਤੁਸੀਂ ਫਿਰ ਫਟਾਫਟ ਉੱਥੋਂ ਭੱਜ ਕੇ ਫਿਰ ਕਿਸੇ ਕਮਰੇ 'ਚ ਬੜੇ? ਨਹੀਂ, ਉਹਨੇ ਇੰਨੀ ਜਲਦੀ ਮੈਨੂੰ ਭੱਜਣ ਹੀ ਨਹੀਂ ਦਿੱਤਾ। ਉਹ ਬਹੁਤ ਜ਼ਿਆਦਾ ਬਕਵਾਸ ਕਰਨ ਲੱਗ ਗਿਆ। ਉਹ ਕਹਿੰਦਾ ਕਿ ਇਦਾਂ ਮੈਂ ਫੇਸਬੁੱਕ ਤੇ ਦੇਖਦਾ ਕੁੜੀਆਂ ਇਦਾਂ ਕਰਦੀਆਂ, ਇਦਾਂ ਹੁੰਦਾ ਵਾ ਕਿ ਫੇਸਬੁੱਕ ਤੇ ਕੁੜੀਆਂ ਲਾਈਵ ਕਰਦੀਆਂ ਵਾ, ਕਿ ਤੂੰ ਪਲੀਜ਼ ਮੈਨੂੰ ਇਦਾਂ ਕਰਕੇ ਮੇਰੀ ਕੋਈ ਹੈਲਪ ਕਰ। ਮੈਂ ਉਹਨੂੰ ਕਹਿ ਰਹੀ ਸੀ ਕਿ ਪਲੀਜ਼ ਮੈਂ ਤੇਰੀਆਂ ਕੁੜੀਆਂ ਵਰਗੀਆਂ, ਕਿ ਮੈਨੂੰ ਛੱਡ ਦੇ, ਹਨਾ, ਕਿ ਮੈਨੂੰ ਇੱਥੋਂ ਜਾ ਲੈਣ ਦੇ। ਫਿਰ ਉਹ ਗੁੱਸੇ ਨਾਲ ਮੇਰੇ ਨਾਲ ਬਿਹੇਵ ਕਰਨ ਲੱਗ ਗਿਆ। ਉਹ ਕਹਿੰਦਾ ਸਾਰੇ ਡੋਰ ਬੰਦ ਆ, ਤੈਨੂੰ ਕਿਸੇ ਨੇ ਲੈਣ ਨਹੀਂ ਆਉਣਾ, ਤੂੰ ਇੱਥੇ ਹੀ ਰਹੇਂਗੀ, ਇਹ ਤੇਰੀ ਮਰਜ਼ੀ ਆ ਕਿ ਤੂੰ ਪੋਲਾਈਟਲੀ ਕਰ ਰਹੀ ਹੈ ਜਾਂ ਫਿਰ। ਉਹ ਮੈਨੂੰ ਬਹੁਤ ਬਾਹਾਂ ਤੋਂ ਕੁੱਟਣ ਲੱਗ ਗਿਆ, ਬਹੁਤ ਗੰਦੀ ਤਰ੍ਹਾਂ, ਤੇ ਮੇਰੇ ਨਾਲ ਗੰਦਾ ਟਰੀਟ ਕਰਨ ਲੱਗ ਗਿਆ ਕਿ ਤੈਨੂੰ ਇਹ ਕਰਨਾ ਹੀ ਪਊਗਾ। ਤੁਹਾਡੇ ਕਿਸੇ ਸਰੀਰ ਨੂੰ ਉਹਨੇ ਟੱਚ ਕੀਤਾ? ਹਾਂਜੀ, ਉਹਨੇ ਮੇਰੇ ਕਈ ਬਾਡੀ ਪਾਰਟਸ ਨੂੰ ਸਕਵੀਜ਼ ਕਰਨਾ ਸਟਾਰਟ ਕਰਤਾ ਤੇ ਮੇਰੇ ਬਹੁਤ ਗੰਦੀ ਪੇਨ ਹੋਣ ਲੱਗੀ। ਓ ਮਾਈ ਗॉड ਸਵੀਟੀ, ਬੇਟਾ ਮੈਂ ਤੁਹਾਨੂੰ ਕੱਲ ਰੱਖੜੀ ਚਲਾ, ਮੈਂ ਡਾਟ ਰੋਣਾ ਨਹੀਂ ਗਾ। ਡੋਂਟ ਵਰੀ, ਵੀ ਆਰ ਵਿਦ ਯੂ। ਸਾਡੀ ਕਮਿਊਨਿਟੀ, ਸਾਡੇ ਸਤਿਕਾਰਯੋਗ ਮਾਤਾਵਾਂ ਭੈਣਾਂ ਕਾਲ ਕਰਨਗੀਆਂ, ਔਰ ਮੇਰੀ ਭੈਣਾਂ ਕਾਲ ਕਰਨ, ਬੰਦੇ ਨੇ ਕਾਲ ਕਰਨ, ਔਰ ਅਸੀਂ ਲੇਡੀਜ਼ ਕਾਲ ਕਰਨ, ਪੁਲਿਸ ਨੂੰ ਬੱਚੀ ਦੇ ਮਨੂੰ ਆਪਾਂ ਕਿਵੇਂ ਬਚਾਉਣਾ ਆ। ਤੇ ਉਸ ਤੋਂ ਬਾਅਦ ਫਿਰ ਪੁਲਿਸ, ਤੁਸੀਂ ਫਿਰ ਉਸ ਤੋਂ ਬਾਅਦ ਕਿਸੇ ਕਮਰੇ 'ਚ ਬਣਨ ਦੀ ਕੋਸ਼ਿਸ਼ ਕੀਤੀ ਛੁੱਟ ਕੇ? ਸਵੀਟੀ ਪਲੀਜ਼ ਡੋਂਟ ਕਰਾਈ। ਸਵੀਟੀ ਬੇਟਾ ਰੋਵੋ ਨਾ ਤੁਸੀਂ,
ਡੋਂਟ ਵਰੀ, ਵੀ ਆਰ ਹੇਅਰ ਟੂ ਹੈਲਪ ਯੂ ਆਊਟ। ਸਵੀਟੀ, ਮੈਨੂੰ ਜਾਂ ਕਿਸੇ ਹੋਰ ਸਾਡੇ ਮੈਂਬਰ ਨੂੰ, ਸਾਡੀ ਭੈਣ ਨੂੰ ਮੈਨੂੰ ਜਹਾਜ਼ 'ਚ ਨਾ ਭੇਜਣਾ ਪਵੇ ਤੇਰੇ ਕੋਲ। ਮੈਂ ਤੈਨੂੰ ਵਾਅਦਾ ਕਰਦਾ ਦੁਨੀਆ ਦੇ ਨਾਲ, ਮੈਂ ਇੱਥੇ ਕੋਈ ਨਾ ਕੋਈ ਲੇਡੀ ਜਾਂ ਸਾਡੀ ਸਤਿਕਾਰਯੋਗ ਭੈਣ ਜਹਾਜ਼ 'ਚ ਜਾਂ ਤੈਨੂੰ ਅਸੀਂ ਮੰਗਾਉਂਦੇ, ਇੱਥੇ ਹੈਲਪ ਕਰਦੇ ਹਾਂ। ਡੋਂਟ ਕਰਾਈ, ਆਈ ਹੈਵ ਸੋ ਮੈਨੀ ਲੇਡੀਜ਼ ਹੇਅਰ ਟੂ ਹੈਲਪ ਯੂ ਆਊਟ। ਮੇਰੀਆਂ ਸਤਿਕਾਰਯੋਗ ਭੈਣਾਂ ਮਾਤਾਵਾਂ ਨੇ ਜੋ ਮਦਦ ਕਰਨਗੀਆਂ ਤੇਰੀ, ਔਰ ਖਰਚਾ ਮੈਂ ਜਹਾਜ਼ ਦੇ ਦੇਵਾਂ, ਤੈਨੂੰ ਜਹਾਜ਼ 'ਚ ਅਸੀਂ ਲੈ ਕੇ ਆਵਾਂਗੇ। ਮੈਨੂੰ ਦੱਸ ਜਲਦੀ ਕਰ ਬੇਟਾ, ਉਸ ਤੋਂ ਬਾਅਦ ਕੀ ਹੋਇਆ? ਹਾਂਜੀ, ਉਸ ਤੋਂ ਬਾਅਦ ਮੈਂ ਆਪਦੇ ਆਪ ਨੂੰ ਬਚਾਉਣ ਲਈ ਆਪਦੇ ਸਿਰ ਨਾਲ ਉਹਦੇ ਨੱਕ ਦੇ ਉੱਤੇ ਬਹੁਤ ਜ਼ੋਰ ਨਾਲ ਮਾਰਿਆ ਕਿ ਮੈਂ ਉੱਥੋਂ ਭੱਜ ਸਕਦੀ ਸੀਗੀ। ਤੂੰ ਨੱਕ ਦੇ ਉੱਪਰ ਮਾਰਿਆ, ਤੁਸੀਂ ਮੁੱਕਾ ਮਾਰਿਆ ਜਾਂ ਕੁਛ ਮਾਰਿਆ? ਹਾਂਜੀ, ਨਹੀਂ, ਉਹਨੇ ਮੇਰੀਆਂ ਬਾਹਾਂ ਤੇ ਫੜੀਆਂ ਸੀ, ਮੈਂ ਆਪਦਾ ਸਿਰ ਮਾਰਿਆ ਉਹਦੇ। ਅੱਛਾ, ਸਿਰ ਮਾਰਿਆ ਤੁਸੀਂ। ਅੱਛਾ, ਉਸ ਤੋਂ ਬਾਅਦ ਫਿਰ ਕੀ ਹੋਇਆ? ਤੁਸੀਂ ਕਿਸੇ ਵਾਸ਼ਰੂਮ ਬਣ ਗਏ, ਕਮਰੇ 'ਚ ਵੜ ਗਏ ਫਿਰ ਭੱਜ ਕੇ? ਹਾਂਜੀ, ਮੈਂ ਵਾਸ਼ਰੂਮ ਦੇ ਵਿੱਚ ਆ ਕੇ ਲੌਕ ਲਾ ਲਿਆ। ਮੈਂ ਪੁਲਿਸ ਕਾਲ ਕੀਤੀ। ਮੈਂ ਕਿਹਾ ਇਦਾਂ ਕਰਕੇ ਮੈਂ ਇਸ ਐਡਰੈਸ ਤੇ ਆ ਤੇ ਮੇਰੇ ਨਾਲ ਕੋਈ ਸੈਕਸੁਅਲ ਹਰਾਸ ਕਰਨ ਦੀ ਟਰਾਈ ਹੋ ਰਹੀ ਆ, ਵੀ ਤੁਸੀਂ ਜਿੰਨੀ ਵੀ ਜਲਦੀ ਹੋ ਸਕਦਾ ਪਲੀਜ਼ ਆ ਜਾਓ, ਕਿਉਂਕਿ ਜਿਹੜਾ ਉਹ ਬੰਦਾ ਵਾ ਉਹ ਬਹੁਤ ਜ਼ਿਆਦਾ ਹਾਈਪਰ ਆ ਤੇ ਔਰ ਡਰੰਕ ਹੈ। ਮੈਂ ਸ਼ਰਾਬ ਪੀਤੀ ਹੋਣੀ ਉਹ ਡਰੰਕ ਆ। ਹਾਂਜੀ, ਉਹ ਬਹੁਤ ਜ਼ਿਆਦਾ ਡਰੰਕ ਸੀ। ਮੈਂ ਕਿਹਾ ਬਹੁਤ ਡਰੰਕ ਆ, ਉਹਨੂੰ ਕੁਝ ਸਮਝ ਨਹੀਂ ਆ ਰਿਹਾ ਹਨਾ, ਕਿ ਮੈਨੂੰ ਲੱਗਦਾ ਕਿ ਉਹ ਕੁਝ ਗਲਤ ਕਰੂਗਾ, ਮੇਰਾ ਮਿਸਯੂਜ਼ ਹੋ ਜਾਣਾ, ਵੀ ਤੁਸੀਂ ਭਾਵੇਂ ਸ਼ੀਸ਼ੇ ਬਾਰੀਆਂ ਕੁਝ ਵੀ ਤੋੜ ਕੇ ਆ ਜਾਓ, ਵੀ ਜਿੰਨਾ ਜਲਦੀ ਹੋ ਸਕਦਾ ਹਨਾ। ਪੁਲਿਸ ਕਿੰਨੀ ਜਲਦੀ ਆਈ ਫਿਰ? ਪੁਲਿਸ ਕਿੰਨੇ ਸਮੇਂ 'ਚ ਆਈ ਪਲੀਜ਼? ਪੁਲਿਸ ਤਾਂ ਆਈ ਨਹੀਂ ਹੈਗੀ, ਪੁਲਿਸ ਬਾਹਰ ਖੜੀ ਸੀ, ਪੁਲਿਸ ਅੰਦਰ ਨਹੀਂ ਆਈ। ਮੈਂ ਫਿਰ ਕਾਲ ਕੀਤੀ, ਮੈਂ ਕਿਹਾ ਪਲੀਜ਼ ਤੁਸੀਂ ਮੈਨੂੰ ਬਚਾਉਣ ਲਈ ਆ ਜਾਓ ਹਨਾ, ਮੈਂ ਬੈਗ ਕਰ ਰਹੀ ਹਾਂ ਇਸ ਚੀਜ਼ ਲਈ, ਪਲੀਜ਼ ਮੈਨੂੰ ਬਚਾ ਲਓ ਆ ਕੇ। ਪੁਲਿਸ ਐਂਟਰ ਨਹੀਂ ਹੋਈ? ਪੁਲਿਸ ਐਂਟਰ ਨਹੀਂ ਹੋਈ। ਪੁਲਿਸ ਕੈਨ ਡੂ ਦਿਸ? ਹਾਂਜੀ, ਦਿਸ ਇਜ਼ ਨੌਨਸੈਂਸ। ਪੁਲਿਸ ਕਿਉਂ ਕਰ ਸਕਦੀ ਹੈ? ਪੁਲਿਸ ਦੀ ਕੰਪਲੇਂਟ ਕੀਤੀ ਜਾ ਸਕਦੀ ਹੈ, ਉਸ ਵੇਲੇ ਤੇਰੇ ਕੋਲ ਨੰਬਰ ਹੋਊਗਾ, ਫਾਰ ਸ਼ੋਰ ਕਿੰਨੇ ਵੇ ਡਾਇਲ ਕੀਤਾ, ਡਿਸਪੈਚ ਕੀਤਾ ਹੋਊਗਾ ਪੁਲਿਸ ਨੂੰ। ਪੁਲਿਸ ਕਾਂਟ, ਆਈ ਡੋਂਟ ਥਿੰਕ ਸੋ ਕਿ ਪੁਲਿਸ ਨੂੰ ਰਾਤ ਪਈ ਸੀ। ਮੇਰੇ ਕੋਲ ਪੁਲਿਸ ਪ੍ਰੀਕਾਸ਼ਨ ਲੈਂਦੀ ਹੋਣੀ ਹੈ, ਕੋਈ ਗਨ ਨਾ ਹੋਵੇ ਉਹਦੇ ਕੋਲ, ਔਰ ਪੁਲਿਸ ਦੇ ਪਿੱਛੇ ਹੋਣੇ ਕੋਈ ਗਨ ਤਾਂ ਨਹੀਂ ਹੈ? ਫਾਰ ਸ਼ੋਰ ਤੁਹਾਨੂੰ ਪਿੱਛੇ ਹੋਣਾ ਗਨ ਹੈ ਕੋਈ? ਮੈਂ ਤੁਹਾਨੂੰ ਦੱਸਦੀ ਹਾਂ ਉਸ ਤੋਂ ਬਾਅਦ, ਕਿਉਂਕਿ ਮੈਨੂੰ ਉਸ ਤੋਂ ਬਾਅਦ ਸੁਰਤ ਨਹੀਂ ਰਹੀ। ਜਦੋਂ ਮੈਂ ਵਾਸ਼ਰੂਮ 'ਚ ਸੀ, ਉਹਨੇ ਆਮ ਸੌਰੀ ਗੁਰਸ਼ਰਨ ਜੀ, ਡਾਕਟਰ ਨੂੰ ਦੱਸੋ ਕਿ 15 ਮਿੰਟ ਲੇਟ ਫੋਨ ਕਰ ਦੇਣ, ਡਾਕਟਰ ਸਾਨੂੰ ਪੁੱਛ ਲਓ। ਉਹਨਾਂ ਕੋਲ 12:30 ਫੋਨ ਕਰ ਦੇਣ, ਡਾਕਟਰ ਨੂੰ ਇਨਫਾਰਮ ਕਰ ਦਿਓ, ਨੰਬਰ ਦਿੱਤਾ। ਅੱਛਾ, ਆਮ ਸੌਰੀ ਕਿ ਸਾਡੀ ਇੰਟਰਵਿਊ। ਅੱਛਾ ਜੀ, ਉਸ ਤੋਂ ਬਾਅਦ ਫਿਰ ਕੀ ਹੋਇਆ ਬੇਟਾ? ਹਾਂਜੀ, ਉਸ ਤੋਂ ਬਾਅਦ ਜਦ ਮੈਂ ਵਾਸ਼ਰੂਮ 'ਚ ਸੀਗੀ ਤੇ ਉਹ ਵਾਸ਼ਰੂਮ 'ਚ ਉਹਨੇ ਸਕਰੂਡਰਾਈਵਰ ਨਾਲ ਵਾਸ਼ਰੂਮ ਦਾ ਡੋਰ ਖੋਲਤਾ। ਅੱਛਾ, ਉਹ ਵਾਸ਼ਰੂਮ 'ਚ ਵੀ ਆ ਗਿਆ ਮਗਰ ਤੇਰੇ? ਹਾਂਜੀ, ਉਹਨੇ ਸਕਰੂਡਰਾਈਵਰ ਨਾਲ ਗੇਟ ਖੋਲਤਾ। ਜਦੋਂ ਉਹਨੇ ਗੇਟ ਖੋਲਤਾ, ਉਹ ਅੰਦਰ ਆ ਗਿਆ ਤੇ ਫਿਰ ਤੇ ਮੇਰੇ ਇੱਕਦਮ ਤਾਂ ਮੈਂ ਡਰ ਗਈ। ਮੈਂ ਕਿਹਾ ਵੀ ਹੁਣ ਮੈਂ ਗਈ, ਬਟ ਫਿਰ ਉਹ ਸਕਰੂਡਰਾਈਵਰ ਮੇਰੇ ਨੇੜੇ ਲੈ ਕੇ ਆਉਣ ਲੱਗ ਗਿਆ। ਪਹਿਲਾਂ ਵੀ ਉਹ ਬੜਬੜਾ ਰਿਹਾ ਸੀਗਾ, ਕਹਿੰਦਾ ਕਿ ਤੂੰ ਕਿਸੇ ਨੂੰ ਕਾਲ ਕਰ ਰਹੀ ਹੈ ਇਦਾਂ। ਆ ਕੇ ਮੈਨੂੰ ਗੰਦੀ ਲੈਂਗੁਏਜ ਬੋਲਣ ਲੱਗ ਗਿਆ, ਕਹਿੰਦਾ ਕਿ ਤੂੰ ਕਿਸੇ ਨੂੰ ਕਾਲ ਕੀਤੀ ਹੈ ਇਦਾਂ, ਤੈਨੂੰ ਮੈਂ ਦੱਸਦਾ। ਜਿੱਦਾਂ ਮੇਰੇ ਸਕਰੂਡਰਾਈਵਰ ਉਹਨੇ ਗਲ ਤੇ ਲਾ ਲਿਆ ਕੇ, ਪਰ ਫਿਰ ਮੈਂ ਇੱਕ ਹੱਥ ਨਾਲ ਛਡਾਇਆ ਵੀ, ਪਰ ਫਿਰ ਉਹ ਮਾਰਨ ਲਈ ਜਿੱਦਾਂ ਟਰਾਈ ਕਰਦਾ ਸੀ ਤੇ ਉਹ ਦੋਨੇ ਸਟਰਗਲ ਕਰ ਰਹੇ ਸੀ ਪੂਰੀ ਸਕਰੂਡਰਾਈਵਰ ਲਈ। ਓਕੇ, ਤੁਸੀਂ ਫਿਰ ਤੁਹਾਡੇ ਬਾਡੀ ਤੇ ਸਕਰੂ ਡਰਾਈਵ ਦੇ ਬਰੂਸ ਵਗੈਰਾ ਤਾਂ ਨਹੀਂ ਪਏ ਸਰੀਰ 'ਚ? ਹਾਂਜੀ, ਮੇਰੇ ਇੱਕ ਹੱਥ ਤੇ ਨਿਸ਼ਾਨ ਸੀਗਾ ਸਕਰੂਡਰਾਈਵਰ ਦਾ। ਤੁਹਾਡੇ ਉਹਨੇ ਸਰੀਰ ਨੂੰ ਮਤਲਬ ਟੱਚ ਕੀਤਾ ਹੈ ਔਰ ਉਹਨੇ ਤੁਹਾਨੂੰ? ਮੈਂ ਹੁਣ ਬੇਟਾ ਤੁਸੀਂ ਸਾਡੀ ਧੀ ਆ, ਆਈ ਵਾਂਟ ਟੂ ਗੋ ਫਰਦਰ, ਕੋਈ ਕੁਐਸਚਨ ਕਰਾਂ? ਆਈ ਐਮ ਵੈਰੀ ਡਿਸਟਰਬਡ, ਔਰ ਤੁਸੀਂ ਦੱਸ ਚੁੱਕੇ ਸਾਰਾ ਕੁਝ। ਤਾਂ ਉਸ ਤੋਂ ਬਾਅਦ ਪੁਲਿਸ ਐਂਟਰ ਹੋਈ ਜਾਂ ਨਹੀਂ? ਨਹੀਂ, ਉਸ ਤੋਂ ਬਾਅਦ ਜਦੋਂ ਮੈਂ ਉਹਦਾ ਸਕਰੂਡਰਾਈਵਰ ਥੱਲੇ ਸੱਟਤਾ ਕਿਸੇ ਹਿਸਾਬ ਨਾਲ ਤੇ ਮੈਂ ਭੱਜਣ ਲੱਗੀ ਉੱਥੋਂ। ਜਦੋਂ ਮੈਂ ਭੱਜਣ ਲੱਗੀ, ਉਹਨੇ ਮੈਨੂੰ ਫੇਰ ਬਾਹਰ ਆ ਕੇ ਵਾਲਾਂ ਤੋਂ ਫੜ ਲਿਆ। ਉਹਨੇ ਮੇਰੇ ਵਾਲ ਇੰਨੇ ਕੱਸ ਕੇ ਫੜੇ ਕਿ ਪਹਿਲਾਂ ਇੱਕ ਵਾਰ ਕੰਧ 'ਚ ਵੱਜੇ ਤੇ ਫਿਰ ਸੋਫੇ ਤੇ ਮੇਰਾ ਸਿਰ ਡਿੱਗ ਪਿਆ। ਉਹਨੇ ਮੈਨੂੰ ਏਦਾਂ ਵਾਲ ਮੇਰੇ ਪੁੱਠੇ ਕਰਕੇ ਉਹਨੇ ਥੱਲੇ ਸੋਫੇ ਤੇ ਲਾਤੇ ਕਿ ਮੈਂ ਕੁਝ ਭੱਜ ਨਾ ਸਕਾਂ। ਪਰ ਫਿਰ ਵੀ ਮੈਂ ਉਦੋਂ ਉਹਦੇ ਲੱਤ ਮਾਰੀ ਹਨਾ, ਤੇ ਉਹ ਮੈਂ ਮਾਰ ਕੇ ਜਦੋਂ ਭੱਜਣ ਲੱਗੀ, ਮੈਂ ਗੇਟ ਖੋਲਿਆ। ਜਦੋਂ ਮੈਂ ਗੇਟ ਖੋਲਿਆ ਤੇ ਗੇਟ ਨਹੀਂ ਖੁੱਲ ਰਿਹਾ ਸੀ, ਕਿਉਂਕਿ ਉਦੋਂ ਮੈਂ ਪੂਰੀ ਨਰਵਸ ਹੋ ਚੁੱਕੀ ਸੀ। ਮੈਨੂੰ ਲੱਗਦਾ ਸੀਗਾ ਕਿ ਜੇ ਹੁਣ ਨਾ ਗੇਟ ਖੁੱਲਿਆ ਤੇ ਫਿਰ ਉਹ ਆਊਗਾ ਤੇ ਮੈਨੂੰ ਮਾਰ ਦੂਗਾ ਬਸ। ਹਾਂ, ਫਿਰ ਕੀ ਹੋਇਆ? ਫਿਰ ਮੈਂ ਗੇਟ ਖੋਲ ਕੇ ਤੇ ਬਾਹਰ ਚਲੀ ਗਈ। ਜਦੋਂ ਮੈਂ ਬਾਹਰ ਗਈ, ਉਦੋਂ ਮੈਂ ਪੈਨਿਕ ਹੋ ਗਈ ਸੀ ਇੱਕੋ ਦਮ, ਕਿਉਂਕਿ ਉਹ ਜਿਹੜੇ 2 ਮਿੰਟ ਸੀਗੇ ਵਾਸ਼ਰੂਮ 'ਚ ਜਾਣਾ, ਉਹਦੇ ਵਾਲ ਫੜਨਾ, ਉਹਨਾਂ 2 ਮਿੰਟਾਂ 'ਚ ਮੇਰੀ ਪੂਰੀ ਲਾਈਫ ਮੇਰੀਆਂ ਅੱਖਾਂ ਮੂਹਰੇ ਘੁੰਮ ਗਈ ਸੀਗੀ। ਤੇ ਫਿਰ ਜਦ ਬਾਹਰ ਆਈ ਉਦੋਂ ਵੀ ਪੁਲਿਸ ਨਹੀਂ ਸੀਗੀ? ਉਦੋਂ ਪੁਲਿਸ ਖੜੀ ਸੀਗੀ। ਉਦੋਂ ਮੈਂ ਕਿਸੇ ਫਰੈਂਡ ਨੂੰ ਕਿਹਾ ਹੋਇਆ ਸੀਗਾ ਮੈਨੂੰ ਰਾਈਡ ਦੇਣ ਲਈ। ਤੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ? ਪੁਲਿਸ ਨੇ ਮਤਲਬ ਬਾਹਰ ਗੱਡੀ ਵਿੱਚ ਬੈਠੀ ਰਹੀ, ਬਾਹਰ ਖੜੀ ਰਹੀ, ਡੋਰ ਤੇ ਖੜੀ ਸੀ ਪੁਲਿਸ? ਪੁਲਿਸ ਬਾਹਰ ਖੜੀ ਸੀਗੀ, ਜਿਹੜੇ ਮੈਨੂੰ ਰਾਈਡ ਦੇਣ ਲਈ ਆਏ ਸੀ ਉਹਨਾਂ ਨਾਲ ਗੱਲ ਕਰ ਰਹੀ ਸੀ ਪੁਲਿਸ।
What is this nonsense ਕਿ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਪੋਜੀਸ਼ਨ ਵਿੱਚ ਲੜਕੀ ਹੈ ਤੇ why ਪੁਲਿਸ didn't enter? I couldn't understand that. Anyway, let's see. ਸਭ ਮੂਵ ਕਰਦੇ ਹਾਂ, ਮੇਰੀਆਂ ਭੈਣਾਂ ਸਾਨੂੰ ਕਾਲ ਕਰਨ ਔਰ ਪਲੀਜ਼ ਅਸੀਂ ਹੋਲਡ ਔਨ 1 ਸੈਕੰਡ, ਬੜੀ ਸੀਰੀਅਸ ਸਟੋਰੀ ਹੈ ਬੇਟਾ, ਵੀ ਟਰਾਈ ਟੂ ਹੈਲਪ ਯੂ ਔਰ ਪ੍ਰੋਸੀਡ ਕਰੋ ਪਬਲਿਕ ਓਪੀਨੀਅਨ ਵਾਸਤੇ ਪਲੀਜ਼।